11 ਮਹੀਨੇ ਹੋ ਚੁੱਕੇ ਹੈ। 11 ਬੈਠਕਾਂ ਹੋਈਆਂ, ਇੱਕ ਗੈਰ ਰਸਮੀ ਬੈਠਕ ਹੋਈ ਹੈ। ਇਹਨਾਂ ਬੈਠਕਾਂ ਦਾ ਨਤੀਜਾ ਬੇਨਤੀਜਾ ਨਿਕਲਿਆ। ਇਸ ਦੇ ਬਾਵਜੂਦ ਕਿਸਾਨ ਉੱਥੇ ਡਟੇ ਹੋਏ ਆ। 700 ਦੇ ਨੇੜੇ ਸ਼ਹੀਦੀਆਂ ਪਾ ਚੁੱਕੇ ਹੈ। 26 ਜਨਵਰੀ ਵਾਲਾ ਐਪੀਸੋਡ ਆ ਉਹ ਸਾਰੇ ਸਾਹਮਣੇ ਹੈ। ਇਸ ਤੋਂ ਇਲਾਵਾ ਨਿੰਗ ਵਾਲਾ ਕਾਂਡ ਆ ਜਿਹੜਾ ਉਹ ਸਾਰਿਆਂ ਸਾਹਮਣੇ ਹੈ। ਲਖੀਮਪੁਰ ਵਾਲਾ ਕਾਂਡ ਸਾਰਿਆਂ ਸਾਹਮਣੇ ਹੈਗਾ। ਇਸ ਦੇ ਬਾਬਤ ਕਿਸਾਨ ਅੰਦੋਲਨ ਟਸ ਤੋਂ ਮਸ ਨਹੀਂ ਹੋਇਆ। ਟਸ ਤੋਂ ਮਸ ਨਾ ਹੋਣ ਦਾ ਮਤਲਬ ਇਹ ਨਹੀਂ ਹੈਗਾ ਕਿ ਕਿਸਾਨ ਉੱਥੇ ਡਟੇ ਹੋਏ ਆ। ਮਤਲਬ ਇਹ ਹੈਗਾ ਕਿ ਕੇਂਦਰ ਸਰਕਾਰ ਵੀ ਟਸ ਤੋਂ ਮਸ ਨਹੀਂ ਹੋ ਰਹੀ। ਸਵਾਲ ਬਹੁਤ ਸਾਰੇ ਹੈਗੇ। 22 ਜਨਵਰੀ ਤੋਂ ਬਾਅਦ ਗੱਲਬਾਤ ਨਹੀਂ ਹੋਏਗੀ। ਮੈਂ KP ਸਿੰਘ ਟੂ ਦਾ ਪੁਆਇੰਟ ਤੁਹਾਡਾ ਸਭ ਦਾ ਸਵਾਗਤ ਕਰਦਾ। ਜੇ ਕਿਸਾਨ ਸੰਘਰਸ਼ ਇੱਦਾਂ ਹੀ ਚੱਲਦਾ ਰਿਹਾ ਤੇ ਇਹ 26 ਪਤਾ ਨਹੀਂ ਕਿੰਨੀਆਂ ਹੋਣਗੀਆਂ। ਕਿਸਾਨ ਕਹਿੰਦੇ ਸਾਨੂੰ ਖੁਦ ਨੂੰ ਨਹੀਂ ਪਤਾ ਹੈਗਾ, ਪਰ ਸਰਕਾਰ ਕਹਿੰਦੀ ਹੈ ਯੈਸ ਨੋ ਵਾਲੀ ਰੱਟ ਛੱਡ ਦਿਓ ਤੇ ਆ ਜਾਓ ਗੱਲਬਾਤ ਕਰ ਦਿਓ, ਖੇਤੀ ਕਾਨੂੰਨ ਰੱਦ ਨਹੀਂ ਹੋਣਗੇ। ਇਹ ਸਰਕਾਰ ਦਾ ਸਿੱਧਾ ਸੁਨੇਹਾ ਕਿਸਾਨਾਂ ਨੂੰ, ਤੇ ਕਿਸਾਨ ਕਹਿੰਦੇ ਆ ਖੇਤੀ ਕਾਨੂੰਨ ਰੱਦ ਕਰਵਾ ਕੇ ਉੱਠਾਂਗੇ, ਨਾਲ MSP ਦੀ ਗਰੰਟੀ ਲੈ ਕੇ ਉੱਠਾਂਗੇ। ਇਸ ਤੋਂ ਇਲਾਵਾ ਹੋਰ ਬਹੁਤ ਸਾਰੇ ਮੁੱਦੇ ਹੈ ਕਿਸਾਨ ਅੰਦੋਲਨ ਵਿੱਚ ਆ ਕੇ ਉਹਨਾਂ ਮੁੱਦਿਆਂ 'ਤੇ ਵੀ ਡਿਬੇਟ ਹੋਣ ਲੱਗ ਪਈ। ਖੇਤੀ ਕਾਨੂੰਨ ਦਾ ਮੁੱਦਾ ਕਿਤੇ ਪਿੱਛੇ ਤਾਂ ਨਹੀਂ ਰਹਿ ਗਿਆ। ਬਹੁਤ ਸਾਰੇ ਸਵਾਲ ਹੈ ਤੇ ਹੁਣ ਚਰਚਾ ਲਖੀਮਪੁਰ ਕਾਂਡ 'ਤੇ ਹੋ ਰਹੀ ਹੈ ਕਿ ਕੇਂਦਰੀ ਗ੍ਰਹਿ ਰਾਜ ਮੰਤਰੀ ਦਾ ਅਸਤੀਫਾ ਕਿਉਂ ਨਹੀਂ ਹੋ ਰਿਹਾਗਾ। ਇਹੋ ਜਿਹੇ ਸਵਾਲਾਂ ਦੇ ਨਾਲ ਕਿਸਾਨ ਅੰਦੋਲਨ ਇੱਥੋਂ ਤੱਕ ਪਹੁੰਚ ਗਿਆ ਹੈਗਾ ਤੇ ਹੁਣ ਕਿਸਾਨ ਅੰਦੋਲਨ ਦਾ ਭਵਿੱਖ ਕੀ ਹੈਗਾ, ਅਸੀਂ ਸਵਾਲ ਇਹੀ ਪੁੱਛਣਾ। 11 ਮਹੀਨੇ 11 ਬੈਠਕਾਂ ਕਦੋਂ ਸੁਣੋਗੇ ਸਰਕਾਰ? ਪੰਜ ਤਸਵੀਰਾਂ ਦਾ ਆਗਾਜ਼ ਕਰਦੇ ਹਾਂ ਅੱਜ ਦੀ ਡਿਬੇਟ ਦਾ। ਪੰਜ ਤਸਵੀਰਾਂ ਤੁਹਾਡੇ ਸਾਹਮਣੇ ਨੇ। ਦਿੱਲੀ ਬਾਰਡਰ ਤੇ ਕਿਸਾਨ ਅੰਦੋਲਨ ਦੀ ਇਹ 11ਵੀਂ 26 ਹੈ, ਕਿਉਂਕਿ 26 ਨਵੰਬਰ ਨੂੰ ਇਹ ਅੰਦੋਲਨ ਸ਼ੁਰੂ ਹੁੰਦਾ ਤੇ 24-25 ਨੂੰ ਉੱਥੇ ਸਾਰੇ ਕਿਸਾਨ ਪਹੁੰਚਣੇ ਸ਼ੁਰੂ ਹੋ ਜਾਂਦੇ ਆ। ਦੇਸ਼ ਭਰ ਵਿੱਚ ਮੁਜ਼ਾਹਰੇ ਹੋ ਰਹੇ ਆ। ਇਹ ਮੌਜੂਦਾ ਤਸਵੀਰ ਹੈ, ਲਗਾਤਾਰ ਮੁਜ਼ਾਹਰੇ ਕੀਤੇ ਜਾ ਰਹੇ ਆ। ਸੁਪਰੀਮ ਕੋਰਟ UP ਸਰਕਾਰ ਨੂੰ ਝਾੜ ਪਾ ਰਹੀ ਹੈ। ਦੂਜੀ ਤਸਵੀਰ ਤੁਹਾਡੇ ਸਾਹਮਣੇ ਹੈ। ਵਾਰ-ਵਾਰ ਪੁੱਛਿਆ ਜਾ ਰਿਹਾ ਹੈ ਕਿ ਪ੍ਰਤੱਖਦਰਸ਼ੀ ਘੱਟ ਕਿਉਂ ਹੈ। ਸਵਾਲ ਇਹ ਕੀਤਾ ਜਾ ਰਿਹਾ ਕਿ ਤੁਸੀਂ ਹੁਣ ਤੱਕ ਕਾਰਵਾਈ ਕੀ ਕੀਤੀ, SIT ਬਣਾਈ, ਉਹਦੇ ਮੁਖੀ ਦਾ ਕਿਤੇ ਹੋਰ ਤਬਾਦਲਾ ਤਾਂ ਨਹੀਂ ਕੀਤਾ ਗਿਆ। ਬਹੁਤ ਸਾਰੇ ਸਵਾਲ ਆ ਜਿਹੜੇ ਉਹ ਜਨਤਾ ਦੀ ਕਚਹਿਰੀ ਵਿੱਚ ਪੁੱਛੇ ਜਾ ਰਹੇ ਆ ਤੇ ਸੁਪਰੀਮ ਕੋਰਟ ਤਾਂ ਪੁੱਛਦੀ ਪਈ ਹੈਗੀ ਆ। ਤੀਜੀ ਤਸਵੀਰ ਹੈ 22 ਜਨਵਰੀ ਤੋਂ ਬਾਅਦ ਗੱਲਬਾਤ ਨਹੀਂ ਹੋਈ। ਕਿਸਾਨਾਂ ਨੇ ਉੱਥੇ ਨੋਟ ਲਿਖ ਕੇ ਲਾਤੇ ਸੀ ਯੈਸ ਨੋ ਵਾਲੇ। ਜਿਹਨੇ ਵਿਗਿਆਨ ਭਵਨ ਵਿੱਚ ਬੈਠਕਾਂ ਕਵਰ ਕੀਤੀਆਂ ਉਹਨਾਂ ਨੂੰ ਪਤਾ ਹੋਊਗਾ ਕਿ ਕਿਸਾਨ ਉੱਥੇ ਕੀ ਕਰਦੇ ਰਹੇ ਆ। ਕਿਸਾਨਾਂ ਨੇ ਮੌਨ ਵਰਤ ਵੀ ਰੱਖੇ ਆ ਤੇ ਇਹ ਵੀ ਕਿਹਾ ਗਿਆ ਕਿ ਦੇ 3 ਮੰਤਰੀਆਂ ਨੂੰ ਅਸੀਂ ਚੁੱਪ ਵੀ ਕਰਵਾ ਦਿੱਤਾ ਆਪਦੇ ਆਰਗੂਮੈਂਟ ਨਾਲ, ਆਪਦੇ ਜਿਹੜੇ ਉਹਨਾਂ ਨੇ ਤਰਕ ਉੱਥੇ ਰੱਖੇ ਸੀ ਉਹਦੇ ਨਾਲ। ਚੌਥੀ ਤਸਵੀਰ ਹੈ ਕੇਂਦਰ ਦਾ ਸੱਦਾ ਕਦੋਂ ਮਿਲੇਗਾ। ਸਰਕਾਰ ਕਹਿੰਦੀ ਹੈ ਕਿ ਇੱਕ ਫੋਨ ਕਾਲ ਦੂਰ ਨੇ ਪ੍ਰਧਾਨ ਮੰਤਰੀ। ਫੋਨ ਨੰਬਰ ਕਿਹੜਾ? ਇਹ ਕਿਸਾਨ ਕਹਿੰਦੇ ਆ ਸਾਨੂੰ ਦੇ ਦਿਓ, ਅਸੀਂ ਵੀ ਗੱਲਬਾਤ ਕਰ ਲਈਏ। ਚਿੱਠੀ ਲਿਖਦੇ ਆ, ਚਿੱਠੀ ਦਾ ਜਵਾਬ ਨਹੀਂ ਮਿਲਦਾ ਪਿਆ ਤੇ ਕਹਿੰਦੇ ਲੋਕਤੰਤਰਕ ਪ੍ਰਣਾਲੀ ਨੂੰ ਇਹ ਬਹੁਤ ਵੱਡੀ ਸੱਟ ਹੈ। ਕਿਸਾਨ ਇਹ ਲਗਾਤਾਰ ਕਹਿ ਰਹੇ ਆ। ਸਭ ਤੋਂ ਵੱਡੀ ਤਸਵੀਰ ਹੈ ਜਿਹਦੇ ਵਿੱਚ ਟਰੈਕਟਰ ਤੁਹਾਨੂੰ ਬੇਸ਼ੁਮਾਰ ਦਿਖਦੇ ਪਏ। ਅੰਦੋਲਨ ਦੇ 11 ਮਹੀਨੇ ਪੂਰੇ ਹੋ ਚੁੱਕੇ ਹੈ ਤੇ ਹੁਣ ਇਹ ਕਿਹਾ ਜਾਣ ਲੱਗ ਪਿਆ ਕਿ ਦਿੱਲੀ ਬਾਰਡਰਾਂ ਤੇ ਇਹ ਕਿਸਾਨਾਂ ਦੀ ਯੂਨੀਵਰਸਿਟੀ ਹੈ, ਜਿਹਨੇ ਕੁਝ ਸਿੱਖਣਾ ਹੈਗਾ ਉੱਥੇ ਜਾਵੇ। ਪਰ ਜਿਸ ਤਰੀਕੇ ਨਾਲ ਕਿਸਾਨ ਸੰਘਰਸ਼ 'ਤੇ ਸਵਾਲ ਚੁੱਕੇ ਗਏ ਹੈ ਤੇ ਹੁਣ ਉਸ ਸਵਾਲ ਦੇ ਨਾਲ ਜਿਹੜੀ ਸਿਆਸਤ ਹੈ ਉਹ ਆਪਣਾ ਟਾਰਗੇਟ ਸੈੱਟ ਕਰਨ 'ਚ ਲੱਗੀ ਹੋਈ ਹੈ। ਸਿਆਸਤ ਨੂੰ ਪਤਾ ਕਿ ਇੱਥੋਂ ਜੇ ਵੰਡੀਆਂ ਪਾਤੀਆਂ ਤੇ ਫਿਰ ਵੋਟਾਂ ਵੀ ਮਿਲਣਗੀਆਂ। ਇਹ 5 ਤਸਵੀਰਾਂ ਤੁਹਾਡੇ ਸਾਹਮਣੇ ਹੈ ਤੇ ਵੱਡਾ ਸਵਾਲ ਇੱਕੋ ਪੁੱਛਾਂਗੇ। ਦਿੱਲੀ ਬਾਰਡਰਾਂ ਤੇ 11 ਮਹੀਨੇ ਤੋਂ ਬੈਠੇ ਕਿਸਾਨਾਂ ਜ਼ਰੀਏ ਕਿਹੜਾ ਟਾਰਗੇਟ ਸੈੱਟ ਕਰ ਰਹੀ ਹੈ ਸਿਆਸਤ? ਇਸੇ ਵੱਡੇ ਸਵਾਲ ਤੇ ਬਹਿਸ ਹੋਵੇਗੀ। ਪੈਨਲ ਸਾਡੇ ਨਾਲ ਮੌਜੂਦ ਹੈ, ਉਹਨਾਂ ਤੁਹਾਡਾ ਤਾਰਫ ਕਰਾਉਣੇ ਤੇ ਉਸ ਤੋਂ ਬਾਅਦ ਡਿਬੇਟ ਸ਼ੁਰੂ ਕਰਦੇ ਹਾਂ। ਗੁਰਮੀਤ ਸਿੰਘ ਮਹਿਮਾ ਸੂਬਾ ਸਕੱਤਰ ਨੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਜਨਰਲ ਸਕੱਤਰ ਨੇ। ਗੁਰਮੀਤ ਸਿੰਘ ਮਹਿਮਾ ਤੁਹਾਡਾ ਬਹੁਤ ਸਵਾਗਤ ਹੈ। ਕੁਲਦੀਪ ਸਿੰਘ ਧਾਲੀਵਾਲ ਭਾਰਤੀ ਜਨਤਾ ਪਾਰਟੀ ਦੇ ਸਪੋਕਸਪਰਸਨ ਹੈ, ਜਿਹੜਾ ਕਿਸਾਨ ਮੋਰਚਾ ਭਾਰਤੀ ਜਨਤਾ ਪਾਰਟੀ ਦਾ ਉਹਦੇ ਨਾਲ ਜੁੜੇ ਹੋਏ ਆ। ਕੁਲਦੀਪ ਸਿੰਘ ਧਾਲੀਵਾਲ ਤੁਹਾਡਾ ਬਹੁਤ ਸਵਾਗਤ ਹੈ। ਕਮਲਜੀਤ ਸਿੰਘ ਬਰਾੜ ਕਾਂਗਰਸ ਸਪੋਕਸਪਰਸਨ ਹੈ। ਕਮਲਜੀਤ ਸਿੰਘ ਬਰਾੜ ਉੱਥੇ ਖੁਦ ਧਰਨਿਆਂ ਵਿੱਚ ਜਾ ਕੇ ਆਏ ਹੈ ਤੇ ਇਹਨਾਂ ਤੇ ਲਗਾਤਾਰ ਸਵਾਲ ਉੱਠਦੇ ਇਹਨਾਂ ਦੀ ਪਾਰਟੀ ਤੇ ਕਿ ਇਹ ਕਿਸਾਨਾਂ ਨੂੰ ਸਪੋਰਟ ਕਿਉਂ ਕਰਦੇ ਪਏ ਆ, ਇਹ ਆਪਦੀਆਂ ਵੋਟਾਂ ਲੱਭਦੇ ਪਏ, ਇਹੋ ਜਿਹੇ ਸਵਾਲ ਇਹਨਾਂ ਤੋਂ ਚੁੱਕੇ ਜਾਂਦੇ ਆ। ਕਮਲਜੀਤ ਸਿੰਘ ਬਰਾੜ ਤੋਂ ਸਮਝਣ ਦੀ ਕੋਸ਼ਿਸ਼ ਕਰਾਂਗੇ ਮਾਮਲਾ ਹੈ ਕਿ ਬਰਾੜ ਸਾਹਿਬ ਤੁਹਾਡਾ ਬਹੁਤ ਸਵਾਗਤ ਹੈ। ਡਾਕਟਰ ਪਹਿਲਾ ਕਰ ਇਹ ਉਹ ਐਕਟਿਵਿਸਟ ਨੇ ਜਿਨ੍ਹਾਂ ਨੇ ਤਿੰਨਾਂ ਖੇਤੀ ਕਾਨੂੰਨਾਂ ਨੂੰ ਚੰਗੀ ਤਰ੍ਹਾਂ ਪੜ੍ਹਿਆ, ਉਹਨਾਂ ਨੂੰ ਵਾਚਿਆ, ਉਹਨਾਂ ਦੀ ਪੜਚੋਲ ਕੀਤੀ ਤੇ ਦੱਸਿਆ ਕਿ ਇਕੱਲਾ ਕਿਸਾਨਾਂ ਦਾ ਮੁੱਦਾ ਨਹੀਂ ਹੈਗਾ, ਇਹ ਹਰ ਇੱਕ ਦਾ ਮੁੱਦਾ ਹੈਗਾ, ਜਨ ਦਾ ਮੁੱਦਾ ਹੈਗਾ। ਪਰ ਇਸ ਨੂੰ ਕਿਸਾਨਾਂ ਤੱਕ ਸੀਮਤ ਕਰਕੇ ਇਸ ਮੁੱਦੇ ਨੂੰ ਛੋਟਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਤੇ ਡਾਕਟਰ ਪਹਿਲਾ ਗਰਗ ਉਹਨਾਂ ਸ਼ਖਸੀਅਤਾਂ ਵਿੱਚ ਸ਼ਾਮਿਲ ਹੈ ਜਿਨ੍ਹਾਂ ਨੇ ਕਿਸਾਨ ਮੋਰਚੇ ਤੇ ਉੱਠਦੇ ਸਵਾਲਾਂ ਦੇ ਜਵਾਬ ਹੈ ਜਿਹੜੇ ਬਹੁਤ ਬਖੂਬੀ ਤਰਕ ਨਾਲ ਦਿੱਤੇ ਆ, ਬਿਨਾਂ ਰੌਲਾ ਪਾਏ। ਡਾਕਟਰ ਗਰਗ ਸਰ ਬਹੁਤ ਸਵਾਗਤ ਹੈ ਤੁਹਾਡਾ। ਸ਼ੁਕਰੀਆ। ਸਭ ਤੋਂ ਪਹਿਲਾ ਸਵਾਲ ਗੁਰਮੀਤ ਸਿੰਘ ਮਹਿਮਾ, ਵੈਸੇ ਸਵਾਲ ਤੁਹਾਨੂੰ ਚੁਭੂਗਾ, ਮੈਨੂੰ ਪੁੱਛਣਾ ਵੀ ਨਹੀਂ ਚਾਹੀਦਾ ਪਰ ਮੈਂ ਪੁੱਛੂੰਗਾ ਜ਼ਰੂਰ। 11 ਮਹੀਨਿਆਂ 'ਚ ਖੱਟਿਆ ਗਏ ਤੁਸੀਂ? ਦੇਖੋ ਜੀ, ਸਾਡਾ ਇਹ ਅੰਦੋਲਨ ਹੈ, ਅਸੀਂ ਕਿਸਾਨ ਆ, ਅਸੀਂ ਕਿਸਾਨਾਂ ਦੇ ਆਗੂ ਆ, ਤਾਂ ਸਾਡਾ ਕਿਸਾਨੀ ਨੂੰ ਬਚਾਉਣਾ ਜਿਹੜਾ ਉਹ
ਧਰਮ ਹੈ। ਅਸੀਂ ਵੱਡੇ ਭਾਗਾਂ ਵਾਲੇ ਆ ਕਿ ਅਸੀਂ ਪੂਰੇ ਦੇਸ਼ ਦੇ ਕਿਸਾਨਾਂ ਨੂੰ ਬਚਾਉਣ ਦੀ ਲੜਾਈ ਦਾ ਲੜ ਰਹੇ ਹਾਂ ਔਰ ਉਹਦੇ 'ਚ ਆਗੂ ਰੋਲ ਪਲੇ ਕਰ ਰਹੇ ਹਾਂ। ਔਰ ਸਾਡਾ ਹੁਣ ਤੱਕ ਦੀ ਜਿਹੜੀ ਪ੍ਰਾਪਤੀ ਇਹ ਆ ਕਿ ਅਸੀਂ ਪੂਰੇ ਭਾਰਤ ਦੇ ਹੀ ਨਹੀਂ, ਪੂਰੀ ਦੁਨੀਆ ਦੇ ਕਿਸਾਨਾਂ ਨੂੰ ਇਕੱਠੇ ਕੀਤਾ ਹੈ। ਪੂਰੀ ਦੁਨੀਆ ਦੇ ਹੀ ਲੁੱਟੇ ਜਾਂਦੇ ਲੋਕ ਸਾਡੇ ਜਿਹੜੇ ਵੇਖ ਰਹੇ ਨੇ ਕਿ ਪੰਜਾਬ ਦੇ ਲੋਕਾਂ ਨੇ, ਪੰਜਾਬ ਦੇ ਆਗੂਆਂ ਨੇ ਇਕੱਠੇ ਹੋ ਕੇ ਇਸ ਅੰਦੋਲਨ ਨੂੰ ਖੜਾ ਕੀਤਾ ਹੈ। ਤਾਂ ਜਿਹੜਾ ਸਾਮਰਾਜੀ ਤਾਕਤਾਂ ਨੇ ਉਹਨਾਂ ਦਾ ਜਿਹੜਾ ਪੂਰੀ ਦੁਨੀਆ ਦੇ ਉੱਤੇ ਗਲਬ ਪੰਜਾ, ਜਕੜ ਪੰਜਾ ਕਰਨਾ ਸੀ, ਪੂਰੀ ਜਿਵੇਂ ਵਿਦੇਸ਼ਾਂ ਦੇ ਵਿੱਚ, ਅਮਰੀਕਾ ਦੇ ਵਿੱਚ ਵੱਡੀ ਪੱਧਰ ਤੇ ਲੋਕਾਂ ਨੂੰ ਉਜਾੜਿਆ ਹੈ, ਤਾਂ ਇੱਥੇ ਪੰਜਾਬ ਦੇ ਵਿੱਚ ਜਦੋਂ ਉਜਾੜਨਾ ਹੈ ਤਾਂ ਉਹਦਾ ਅਸੀਂ ਰੋਕ ਬਣੇ ਹੋਏ ਆ। ਔਰ ਜਿਹੜਾ ਬੀਜੇਪੀ ਦਾ ਜਿਹੜਾ ਇੱਕ ਏਜੰਡਾ ਰੋਕਿਆ ਹੋਇਆ, ਜਿਹੜਾ ਪਹਿਲਾਂ ਕਹਿੰਦੇ ਸੀ ਕਿ ਬੀਜੇਪੀ ਦੇ ਮੋਦੀ ਸਰਕਾਰ ਨੇ ਜੋ ਬੋਲਤਾ ਲਾਗੂ ਕਰਤਾ ਉਹ ਲਾਗੂ ਹੋਵੇਗਾ, ਉਹਨੂੰ ਕੋਈ ਰੋਕ ਨਹੀਂ ਬਣ ਸਕਦਾ। ਤਾਂ ਸਾਨੂੰ ਇਹ ਮਾਣ ਵੀ ਹੈ ਕਿ ਸਾਡਾ ਅੰਦੋਲਨ, ਸਾਡੇ ਕਿਸਾਨ ਉਹਨੂੰ ਰੋਕ ਕੇ ਖੜੇ ਹੋਏ ਨੇ। ਔਰ ਇਸ ਅੰਦੋਲਨ ਦੇ ਵਿੱਚ ਪੂਰੀ ਲੋਕ, ਜਿਹੜੇ ਭਾਰਤ ਦੇ ਲੋਕ, ਆਪਦੇ ਧਰਮਾਂ ਤੋਂ ਛੱਡ ਕੇ, ਲੜਾਈਆਂ ਛੱਡ ਕੇ, ਜਾਤਾਂ ਛੱਡ ਕੇ, ਵੋਟ ਪਾਰਟੀਆਂ ਦਾ ਪਿੱਛਾ ਛੱਡ ਕੇ ਇਸ ਪਲੇਟਫਾਰਮ ਤੇ ਇਕੱਠੇ ਹੋ ਕੇ ਕਿਸਾਨੀ ਦੀ ਲੜਾਈ ਨੂੰ ਬਚਾਉਣ ਲਈ ਲੜ ਰਹੇ ਨੇ। ਠੀਕ ਹੈ, ਮੈਂ ਵਾਪਸ ਆਊਂਗਾ ਗੁਰਮੀਤ ਮਹਿਮਾ। ਡਾਕਟਰ ਪਹਿਲੇ ਗਰਗ, ਇਹੀ ਸਵਾਲ ਤੁਹਾਨੂੰ ਕਰ ਰਿਹਾ ਸਰ। ਮੇਰਾ ਇਹ ਸਵਾਲ ਤੁਹਾਨੂੰ ਪਸੰਦ ਨਹੀਂ ਆਊਗਾ, ਵੈਸੇ ਅਕਸਰ ਸਾਰੇ ਐਂਕਰਸ ਇਹ ਸਵਾਲ ਜ਼ਰੂਰ ਕਰਦੇ ਆ, ਪਰ ਮੇਰੇ ਸਵਾਲ ਦਾ ਮੋਟਿਵ ਹੋਰ ਹੈ। ਡਾਕਟਰ ਗਰਗ, ਮੈਂ ਸਵਾਲ ਇਸ ਕਰਕੇ ਕਰ ਰਿਹਾ ਕਿ 11 ਮਹੀਨਿਆਂ ਤੋਂ ਇਸ ਕਿਸਾਨ ਅੰਦੋਲਨ ਦੇ ਜ਼ਰੀਏ ਕਿਸਾਨਾਂ ਨੇ ਕੀ ਖੱਟਿਆ, ਕਿਸਾਨ ਆਗੂਆਂ ਨੇ ਕੀ ਖੱਟਿਆ ਤੇ ਲੋਕਾਂ ਨੇ ਕੀ ਖੱਟਿਆ? ਮੇਰਾ ਸਵਾਲ ਇਹ ਹੈ ਡਾਕਟਰ ਗਰਗ। ਦੇਖੋ, ਇਹ ਜੇ ਤਾਂ ਅਸੀਂ ਕਹੀਏ ਵੀ ਬਿੱਲ ਵਾਪਸ ਹੋਣ ਦੀ, ਕਾਨੂੰਨ ਵਾਪਸ ਹੋਣ ਦੀ ਗੱਲ ਹੈ, ਉਹ ਤਾਂ ਜੇ ਕਿਸੇ ਬਿੱਲ ਪੱਤਰ ਨਹੀਂ ਲੱਗਦੀ। ਪਰ ਜਿਹੜੀ ਪ੍ਰਾਪਤੀ ਹੁੰਦੀ ਹੈ, ਮੈਂ ਵੀ ਇੱਕ ਅਧਿਆਪਕ ਹੋਣ ਦੇ ਨਾਤੇ, ਡਾਕਟਰ ਹੋਣ ਦੇ ਨਾਤੇ, ਅਸੀਂ ਇਹ ਨਹੀਂ ਦੇਖਦੇ ਵੀ 100% ਕੀ ਅਚੀਵ ਹੋਇਆ, ਪਰ ਜਿਹੜਾ ਬਾਕੀ ਅਚੀਵ ਹੋ ਜਾਂਦਾ ਹੈ ਉਹਨੂੰ ਅਸੀਂ ਗਿਣਦੇ ਹਾਂ ਵੀ ਕਿੰਨੇ % ਹੈ, ਇਹਦੇ ਵਿੱਚ ਕੀ ਹੋਇਆ। ਬਹੁਤ ਵੱਡੀਆਂ ਪ੍ਰਾਪਤੀਆਂ ਨੇ। ਦੇਸ਼ ਦੇ ਵਿੱਚ ਇੱਕ ਹਨੇਰੀ ਚੱਲ ਰਹੀ ਸੀ ਜਿਹੜੀ ਦੇਸ਼ ਨੂੰ ਵੰਡ ਰਹੀ ਸੀ, ਹਿੰਦੂ, ਮੁਸਲਮਾਨ, ਸਿੱਖ, ਈਸਾਈ ਦੇ ਨਾਂ ਤੇ, ਧਰਮ ਦੇ ਨਾਂ ਤੇ, ਜਾਤ ਦੇ ਨਾਂ ਤੇ, ਚਾਹੇ ਗਊ ਦੇ ਮਾਸ ਦੇ ਨਾਂ ਤੇ, ਹਰ ਇੱਕ ਦੇ ਅੰਦਰ ਝਾਕਿਆ, ਰਸੋਈ ਝਾਕਿਆ ਜਾ ਰਿਹਾ ਸੀ। ਉਹ ਹਨੇਰੀ ਨੂੰ ਠੱਲਣ ਵਾਸਤੇ ਕਿਸਾਨ ਅੰਦੋਲਨ ਦੀ ਬਹੁਤ ਵੱਡੀ ਭੂਮਿਕਾ। ਦੂਜਾ ਇਹ ਸੀ ਕਿ ਬਹੁਤ ਵੱਡੇ ਕਾਲੇ ਕਾਨੂੰਨ, ਇਸ ਤੋਂ ਵੀ ਵੱਡੇ ਹੋਰ ਆਉਣੇ ਸੀ। ਦੇਸ਼ ਵੇਚਿਆ ਜਾ ਰਿਹਾ ਸੀ, ਵੇਚਣ ਨੂੰ ਤਾਂ ਭਾਵੇਂ ਉਹ ਠੱਲ ਨਹੀਂ ਪਈ, ਪਰ ਜਿਹੜੇ ਹੋਰ ਬਹੁਤ ਜ਼ਿਆਦਾ ਕਾਲੇ ਕਾਨੂੰਨ ਆਉਣੇ ਸੀ ਉਹਨਾਂ ਨੂੰ ਕਿਤੇ ਨਾ ਕਿਤੇ ਠੱਲ ਪਈ ਹੈ। ਤੇ ਕਿਉਂਕਿ ਇਹ ਜਿਹੜੇ ਕਾਨੂੰਨ ਹੈ, ਇਹ ਆਪਾਂ ਨੂੰ ਪਤਾ ਹੀ ਹੈ, ਹਰੇਕ ਬੰਦੇ, ਤੁਸੀਂ ਕਹਿ ਹੀ ਦਿੱਤਾ, ਰੋਟੀ ਖਾਣ ਵਾਲੇ ਨੇ। ਸੋ ਇਸ ਗੱਲ ਨੂੰ ਅਸੀਂ ਠੱਲ ਪਾਈ ਹੈ, ਕਿਸਾਨ ਅੰਦੋਲਨ ਨੇ ਪਾਈ ਹੈ ਕਿ ਸੁਪਰੀਮ ਕੋਰਟ ਨੇ ਵੀ ਸਟੇ ਦਿੱਤੀ ਹੈ ਇਹਨਾਂ ਕਾਨੂੰਨਾਂ 'ਤੇ। ਹਾਲਾਂਕਿ ਉਹ ਦਿੱਤੀ ਤਾਂ ਇਸੇ ਕਰਕੇ ਹੈ ਕਿ ਐਜੀਟੇਸ਼ਨ ਸੀ, ਨਹੀਂ ਕਿੱਥੇ ਸਟੇ ਹੋਣੀ ਸੀ। ਸੋ ਉਹ ਅਜੇ ਲਾਗੂ ਨਹੀਂ ਹੋਈ। ਤੀਜੀ ਗੱਲ ਇਹਦੇ ਵਿੱਚ ਪ੍ਰਾਪਤੀ ਇਹ ਕਰੀ ਹੈ ਕਿ ਜਿਹੜਾ ਸਿਆਸੀ ਪਾਰਟੀਆਂ, ਇੱਥੇ 3 ਪਾਰਟੀਆਂ ਦੇ ਆਗੂ ਬੈਠੇ ਨੇ, ਸਿਆਸੀ ਇੱਕ ਤਾਂ ਚਲੋ ਕਿਸਾਨੀ ਚੋਂ ਹੀ ਨੇ, 2 ਪਾਰਟੀਆਂ ਦੇ, ਉਹ ਜਿਹੜੇ ਸਿਆਸੀ ਆਗੂ ਨੇ ਜਿਹੜੀ ਮਰਜ਼ੀ ਪਾਰਟੀ ਦੇ ਨੇ, ਉਹਨਾਂ ਨੇ ਪਿੰਡਾਂ ਦੇ ਵਿੱਚ ਧੜੇਬੰਦੀ ਬਹੁਤ ਪੈਦਾ ਕਰਤੀ ਸੀ। ਇੱਕ ਪਾਰਟੀ ਦੇ ਗਾਂ 2-2, 3-3 ਧੜੇ ਸੀ। ਉਹ ਜਿਹੜੀ ਧੜੇਬੰਦੀ ਨੂੰ ਤੋੜਨ ਦੇ ਵਿੱਚ ਇਹ ਅੰਦੋਲਨ ਹੈ ਜਿਹੜਾ, ਇਹ ਸਭ ਹੋਇਆ। ਇਸ ਤੋਂ ਅੱਗੇ ਸੀਗਾ ਕਿ ਇਹਨਾਂ ਨੇ ਸ਼ਹਿਰੀ ਤੇ ਪੇਂਡੂ ਦਾ ਬਹੁਤ ਵੱਡਾ ਪਾੜਾ ਖੜਾ ਕਰਤਾ ਸੀ, ਜਿਹੜਾ ਕਿਸਾਨ ਅੰਦੋਲਨ ਨੇ ਕਿਸੇ ਲੈਵਲ ਦੇ ਉੱਤੇ ਆ ਕੇ ਘਟਾਇਆ ਹੈ। ਤੇ ਜਦ ਕੇਂਦਰ ਦੀ ਸਰਕਾਰ ਨੇ ਆੜ੍ਹਤੀਆਂ ਤੇ ਹਮਲਾ ਕਰਿਆ ਵੀ ਇਹ ਕਿਸਾਨਾਂ ਨਾਲ ਕਿਉਂ ਰਲੇ ਨੇ, ਤਾਂ ਕਿਸਾਨੀ ਉਹਨਾਂ ਦੇ ਨਾਲ ਖੜ ਗਈ। ਵਪਾਰੀ ਅੱਜ ਨਾਲ ਖੜਾ ਹੈ। ਇਸੇ ਤਰ੍ਹਾਂ ਜਦ ਦਲਿਤ ਤੇ ਨਾਨ ਦਲਿਤ ਦਾ ਸਵਾਲ ਕਰਨ ਦੀ ਕੋਸ਼ਿਸ਼ ਕਰੀ, ਹਾਲਾਂਕਿ ਹੁਣ ਕਿੰਨੀਆਂ ਮਾੜੀਆਂ ਮੰਦੀਆਂ ਘਟਨਾਵਾਂ ਕਰਕੇ ਕੋਸ਼ਿਸ਼ ਕਰੀ ਹੈ, ਉਹਨਾਂ ਦੇ ਜਿਹੜੇ ਖਾਸ ਬੰਦੇ ਨੇ ਉਹ ਕਰਦੇ ਵੀ ਨੇ ਵੀ ਦਲਿਤਾਂ ਦਾ ਮਾਮਲਾ ਹੈ ਜੀ, ਇਹ ਕਿਸਾਨੀ ਦਾ, ਉਹਦੇ ਵਿੱਚ ਵੀ ਬਹੁਤ ਵੱਡਾ ਅਸੀਂ ਕਹਿ ਦੋ ਵੀ ਕਿਸਾਨੀ ਅੰਦੋਲਨ ਨੇ ਡੰਟ ਪਾਇਆ। ਇਸ ਤੋਂ ਅੱਗੇ ਇੱਕ ਹੋਰ ਗੱਲ ਪ੍ਰਾਪਤੀ ਹੋਈ ਹੈ ਕਿ ਔਰਤਾਂ ਕਦੀ ਵੀ ਕਿਸੇ ਮੂਵਮੈਂਟ 'ਚ ਨਹੀਂ ਆਉਂਦੀਆਂ ਸੀ। ਉਹ ਧਾਰਮਿਕ ਇਕੱਠਾਂ 'ਚ ਜਾਂਦੀਆਂ ਸੀ, ਉਹ ਸਮਾਜਿਕ ਫੰਕਸ਼ਨਾਂ ਜਾਂਦੀਆਂ ਸੀ, ਪਰ ਸਿਆਸੀ ਜਾਂ ਐਜੂਕੇਸ਼ਨ, ਟ੍ਰੇਡ ਯੂਨੀਅਨ ਦੇ ਵਿੱਚ ਉਹ ਨਹੀਂ ਜਾਂਦੀਆਂ ਸੀ ਇਸ ਤਰੀਕੇ ਨਾਲ। ਕਿਸਾਨਾਂ ਦੇ ਅੰਦੋਲਨ 'ਚ ਖਾਸ ਕਰਕੇ ਜਾਂ ਮਜ਼ਦੂਰਾਂ ਦੇ, ਉਹ ਬਹੁਤ ਵੱਡੀ ਗਿਣਤੀ 'ਚ ਅੱਗੇ ਆਈਆਂ ਨੇ, ਅੱਗੇ ਵੀ ਆਈਆਂ, ਆਗੂ ਭੂਮਿਕਾ ਨਿਭਾ ਰਹੀਆਂ ਨੇ। ਸੋ ਇਸ ਤਰ੍ਹਾਂ ਅਸੀਂ ਬਹੁਤ ਕੁਝ ਲੋਕਾਂ ਦਾ ਜਿਹੜਾ ਦੇਸ਼ ਨੂੰ ਬਚਾਉਣ ਦੀ ਗੱਲ ਹੈ, ਇੱਕ ਨਵਾਂ ਆਲਟਰਨੇਟਿਵ, ਇੱਕ ਲਾਸਟ ਲਾਈਨ ਮੈਂ ਕਹਾਂਗਾ, ਇੱਕ ਨਵਾਂ ਆਲਟਰਨੇਟਿਵ ਦਿੱਤਾ ਵੀ ਲੀਡਰਸ਼ਿਪ ਕਿਵੇਂ ਇਕੱਠੇ ਹੋ ਕੇ ਫੈਸਲੇ ਕਰਦੀ ਹੈ, ਸਮੂਹਕ ਫੈਸਲੇ ਕਿਵੇਂ ਲੈਂਦੀ ਹੈ, ਕਿਵੇਂ ਕੋਈ ਉੱਚਾ ਨਹੀਂ ਜਾਂ ਨੀਵਾਂ ਨਹੀਂ, ਹਰੇਕ ਬੰਦੇ ਨੂੰ ਉਹਦੇ ਚੋਂ ਜਿਹੜਾ ਮਰਜ਼ੀ, ਜਿੱਡਾ ਮਰਜ਼ੀ ਕੱਦਾਵਾਰ ਲੀਡਰ ਹੋਵੇ, ਜਿੰਨਾ ਮਰਜ਼ੀ ਉਹ ਸਿਆਣਾ ਹੋਵੇ, ਜੇ ਉਹਨੇ ਕੋਈ ਗਲਤੀ ਕਰੀ ਹੈ ਤਾਂ ਉਹਨੂੰ ਸਸਪੈਂਡ ਕਰਤਾ।
ਤੇ ਉਹਨੇ ਉਹ ਸਸਪੈਂਸ਼ਨ ਨੂੰ ਮੰਨਿਆ ਵੀ ਠੀਕ ਹੈ ਜੀ ਠੀਕ। ਸਿਰਮਤੀ। ਠੀਕ। ਇਹ ਇੱਕ ਬਹੁਤ ਵੱਡੀਆਂ ਪ੍ਰਾਪਤੀਆਂ। ਚਲੋ ਮੈਂ ਇੱਕ ਛੋਟਾ ਬ੍ਰੇਕ ਲਵਾਂਗਾ। ਜਿਹੜੇ ਕਹਿੰਦੇ ਆ ਕਿ ਕਿਸਾਨ ਅੰਦੋਲਨ ਦੇ 11 ਮਹੀਨਿਆਂ ਬਾਅਦ ਪ੍ਰਾਪਤੀਆਂ ਕੀ ਹੈਗੀਆਂ, ਉਹ ਡਾਟਾ ਗਰਗ ਨੂੰ ਧਿਆਨ ਨਾਲ ਸੁਣ ਲੈਣ ਤੇ ਇੱਕ ਜਿਹੜਾ ਸ਼ਬਦ ਹੈ ਉਹਦੇ ਨਾਲ ਹੋਰ ਐਡ ਆਨ ਕਰ ਦਈਏ। ਜਿਹੜੇ ਸਵਾਲ ਪੁੱਛਣ ਦੀ ਤਾਕਤ ਤੁਸੀਂ ਗਵਾ ਰਹੇ ਸੀਗੇ, ਉਹ ਸਵਾਲ ਪੁੱਛਣ ਦੀ ਤਾਕਤ ਇਹਨਾਂ 11 ਮਹੀਨਿਆਂ ਵਿੱਚ ਤੁਹਾਡੇ ਕੋਲ ਵਾਪਸ ਆਈ ਹੈ। ਇਸ ਲਈ ਸਵਾਲ ਪੁੱਛ ਰਹੇ ਹਾਂ, ਵਾਪਸ ਆ ਕੇ ਫਿਰ ਪੁੱਛੂੰਗਾ। 11 ਮਹੀਨੇ 11 ਬੈਠਕਾਂ ਕਦੋਂ ਸੁਣੋਗੇ ਸਰਕਾਰ? ਅਸੀਂ ਬੜਾ ਸਵਾਲ ਪੁੱਛ ਰਹੇ ਹਾਂ। ਦਿੱਲੀ ਬਾਰਡਰਾਂ ਤੇ 11 ਮਹੀਨੇ ਤੋਂ ਬੈਠੇ ਕਿਸਾਨਾਂ ਜ਼ਰੀਏ ਕਿਹੜਾ ਟਾਰਗੇਟ ਸੈੱਟ ਕਰ ਰਹੀ ਹੈ ਸਿਆਸਤ? ਕੁਲਦੀਪ ਸਿੰਘ ਧਾਲੀਵਾਲ, ਭਾਰਤੀ ਜਨਤਾ ਪਾਰਟੀ 22 ਜਨਵਰੀ ਤੋਂ ਬਾਅਦ ਕੋਈ ਗੱਲਬਾਤ ਨਹੀਂ ਕਰ ਰਹੀ ਕਿਸਾਨਾਂ ਨਾਲ। ਕੇਂਦਰ ਸਰਕਾਰ ਕੋਈ ਗੱਲਬਾਤ ਨਹੀਂ ਕਰ ਰਹੀ ਕਿਸਾਨਾਂ ਨਾਲ। ਵਜ੍ਹਾ ਕੀ ਹੈ? ਇੰਨੀ ਅੜੀ ਚੰਗੀ ਨਹੀਂ ਹੁੰਦੀ ਸਰਕਾਰ ਲਈ? ਕੁਲਦੀਪ ਸਿੰਘ ਧਾਲੀਵਾਲ ਦੇਖੋ ਕੇਪੀ, ਮੈਂ ਨਾ ਹੁਣੇ ਮਹਿਮਾ ਸਾਹਿਬ ਨੂੰ ਸੁਣ ਰਿਹਾ ਸੀ। ਉਹ ਗੱਲ ਅੜੀ ਦੀ ਨਹੀਂ ਹੈ, ਗੱਲ ਏਜੰਡੇ ਦੀ ਹੈ। ਏਜੰਡਾ ਰਹਿਤ ਹੋ ਚੁੱਕਿਆ ਅੰਦੋਲਨ ਦਾ ਕੋਈ ਏਜੰਡਾ ਹੀ ਨਹੀਂ ਬਚਿਆ। ਤੁਸੀਂ ਮਹਿਮਾ ਸਾਹਿਬ ਦੀ ਜੇ ਸਾਰੀ ਸਪੀਚ ਜੇ ਮੈਂ ਦੇਖਾਂ ਤਾਂ ਉਹ ਵਰਲਡ ਫਿਲਾਸਫੀ ਤੇ ਕਾਮਰੇਡ ਫਿਲਾਸਫੀ ਤੇ ਗੱਲਬਾਤ ਚਲੀ ਗਈ ਕਿ ਕਿਵੇਂ ਪੂੰਜੀਵਾਦ ਲੁੱਟਦਾ ਜੀ, ਸਮਰਾਜਵਾਦ ਕੀ ਕਰਦਾ ਜੀ, ਅਸੀਂ ਤਾਂ ਉਹਦੇ ਲਈ ਬੈਠੇ ਆ ਜੀ, ਕੈਪੀਟਲਿਸਟ ਦੇਸ਼ 'ਚ ਕੀ ਕਰੀ ਜਾਂਦੇ ਆ ਜੀ। ਉਹ ਕਿਸਾਨੀ ਮੁੱਦੇ ਤੇ ਕਿਤੇ ਹੋਰ ਹੀ ਚਲੇ ਗਏ ਔਰ ਇਹ ਕਨਫਿਊਜ਼ਡ ਏਜੰਡਾ ਰਹਿਤ ਅੰਦੋਲਨ ਹੋ ਕੇ ਰਹਿ ਗਿਆ ਅੰਦੋਲਨ। ਇਹੀ ਕਾਰਨ ਹੈ ਜਿਹੜਾ ਕਿ ਸਰਕਾਰ ਦੇ ਕੋਲੇ ਕੋਈ ਸਿੱਧੇ ਰੂਪ ਦੇ ਵਿੱਚ ਗੱਲ ਬਿਨਾਂ ਇੱਕ ਕਾਨੂੰਨ ਵਾਪਸੀ ਜਦੋਂ ਪੰਜਾਬ ਦੇ ਵਿੱਚੋਂ ਅੰਦੋਲਨ ਸ਼ੁਰੂ ਹੋਇਆ ਸੀ, ਤੁਸੀਂ ਤਾਂ ਕਵਰ ਕੀਤਾ ਸਾਰਾ, ਤੁਹਾਡੇ ਧਿਆਨ 'ਚ ਹੋਊਗਾ ਇਹ ਗੱਲ। ਮੰਡੀਆਂ ਬੰਦ ਹੋ ਜਾਣਗੀਆਂ, APMC ਭੰਗ ਹੋ ਜੂਗੀ, ਇਹ ਪਿੰਡਾਂ 'ਚ ਹੋਕਾ ਦਿੱਤਾ ਗਿਆ ਸੀ ਔਰ ਉੱਥੇ ਜਾਣ ਸਾਰੇ ਪਤਾ ਲੱਗ ਗਿਆ ਸੀ ਵੀ ਨਾ ਤਾਂ APMC ਭੰਗ ਹੋਣੀ ਆ, ਨਾ ਮੰਡੀਆਂ ਬੰਦ ਹੋਣੀਆਂ। ਉਦੋਂ ਬਾਅਦ ਏਜੰਡਾ ਬਦਲ ਦਿੱਤਾ ਗਿਆ ਔਰ ਅੱਜ ਕਿਸਾਨੀ ਏਜੰਡੇ ਸਾਰੇ ਖਤਮ ਹੋ ਗਏ, ਸਿਰਫ ਕਾਨੂੰਨ ਵਾਪਸੀ ਏਜੰਡਾ। ਜਿਵੇਂ ਮੈਂ ਗਰਗ ਸਾਹਿਬ ਦੀ ਗੱਲ ਸੁਣੀ ਕਿ ਹੋਰ ਬੜੇ ਕਾਨੂੰਨ ਆਉਣੇ ਸੀ, ਅਗਲੇ ਪਿਛਲੇ ਕਾਨੂੰਨ ਅਸੀਂ ਵਾਪਸ ਕਰਾਉਣੇ ਆ, ਤਾਂ ਅੰਦੋਲਨ ਕੀਤਾ। ਤੋ ਇਹ ਸਾਰੀ ਜਿਹੜੀ ਓਵਰਆਲ ਗੱਲ ਜਦੋਂ ਨਿਕਲ ਕੇ ਪਿਕਚਰ ਆਉਂਦੀ ਹੈ ਨਾ, ਤਾਂ ਇਹੀ ਆਉਂਦੀ ਹੈ ਵੀ ਸਿਰਫ ਮੋਦੀ ਸਰਕਾਰ ਦਾ ਵਿਰੋਧ, ਮੋਦੀ ਸਾਹਿਬ ਦਾ ਵਿਰੋਧ, ਭਾਜਪਾ ਦਾ ਵਿਰੋਧ, ਕਿਸਾਨ ਪੱਖੀ ਕਿਸਾਨ ਨੀਤੀ ਕੋਈ ਗੱਲ ਨਹੀਂ। ਔਰ ਉਹ ਸਾਹਮਣੇ ਆ ਗਿਆ ਇਹ ਜਿਹੜਾ 11 ਮਹੀਨਿਆਂ ਦੇ ਵਿੱਚ ਲੋਕਾਂ ਨੇ ਇਸੇ ਕਰਕੇ ਸਹਿਯੋਗ ਘਟ ਗਿਆ ਲੋਕਾਂ ਦਾ। ਕੁਲਦੀਪ ਧਾਲੀਵਾਲ ਤੁਸੀਂ ਕੋਈ ਐਗਜ਼ਾਮਪਲ ਦੇ ਸਕਦੇ ਮੈਨੂੰ ਜਿੱਥੇ ਕੋਈ ਕਾਨੂੰਨ ਬਣਾਏ ਹੁਣ ਸਰਕਾਰ ਨੇ ਤੇ ਕੁੱਟ-ਕੁੱਟ ਮਨਾਇਆ ਜਾਂਦਾ ਪਿਆ ਹੋਵੇ ਕਾਨੂੰਨ ਤੁਹਾਡੇ ਫਾਇਦੇ ਲਈ ਹੈ? ਤੁਸੀਂ ਬੜਾ ਅੱਛਾ ਸਵਾਲ ਕੀਤਾ ਹੈ। ਮੈਂ ਇਹ ਗੱਲ ਰੱਖਣੀ ਚਾਹੁੰਦਾ ਸੀ ਕਿ ਕਾਂਗਰਸ ਦਾ ਤੁਸੀਂ ਇਤਿਹਾਸ ਵੇਖ ਲਓ ਕਿ ਕਦੇ ਵੀ ਅੰਦੋਲਨ ਮਹੀਨੇ ਤੋਂ ਬਾਅਦ ਇਹਨਾਂ ਨੇ ਜਾਣ ਨਹੀਂ ਦਿੱਤਾ, ਗੋਲੀਆਂ ਮਾਰੀਆਂ। ਆਪਾਂ ਉਸ ਦੇਸ਼ 'ਚ ਰਹਿੰਦੇ ਆ। ਇਹ 11 ਮਹੀਨਿਆਂ ਦਾ ਅੰਦੋਲਨ ਹੋ ਗਿਆ। ਸ਼ਾਂਤੀ ਤਾਂ ਹੈ ਕਿਉਂਕਿ ਸਰਕਾਰ ਬਿਲਕੁਲ ਵੀ ਲਾਠੀ ਤੱਕ ਚਲਾਉਣ ਦਾ ਵਿਸ਼ਵਾਸ ਨਹੀਂ ਰੱਖਦੀ। ਪੂਰੀ ਖੁੱਲੀ ਆਜ਼ਾਦੀ ਆ, ਆਪਾਂ ਬੈਠੇ ਆ, ਆਪਦੀ ਗੱਲ ਰੱਖ ਰਹੇ ਆ, ਜਿੰਨਾ ਮਰਜ਼ੀ ਸਰਕਾਰ ਨੂੰ ਆਪਾਂ ਨਿੰਦ ਰਹੇ ਆ, ਕੁਝ ਹੋ ਰਿਹਾ। ਇਹ ਸਰਕਾਰ ਦਾ ਵੀ ਸਬਰ ਹੈ ਔਰ ਮੇਰੇ ਖਿਆਲ 'ਚ ਇਤਿਹਾਸ ਰਚਿਆ ਗਿਆ ਹਿੰਦੁਸਤਾਨ 'ਚ ਵੀ ਕਿਸੇ ਸਰਕਾਰ ਨੇ ਅੰਦੋਲਨਕਾਰੀਆਂ ਨੂੰ ਟੱਚ ਤੱਕ ਨਹੀਂ ਕੀਤਾ। ਉਹ ਆਪਦੀ ਮਰਜ਼ੀ ਨਾਲ ਜਿਵੇਂ ਮਰਜ਼ੀ ਆਪਦੀ ਗੱਲ ਰੱਖਦੀ ਹੈ। ਕੁਲਦੀਪ ਧਾਲੀਵਾਲ ਤੁਸੀਂ ਇਹ ਕਿਉਂ ਨਹੀਂ ਮੰਨਦੇ ਪਏ ਕਿ ਜਿੰਨੀਆਂ ਕੋਸ਼ਿਸ਼ਾਂ ਕੀਤੀਆਂ ਸਾਰੀਆਂ ਫੇਲ ਹੋ ਗਈਆਂ? ਨਹੀਂ, ਸਰਕਾਰ ਵੱਲੋਂ ਜਿੰਨੀਆਂ ਕੋਸ਼ਿਸ਼ਾਂ ਜਿੰਨਾ ਸਰਕਾਰ ਝੁਕ ਸਕਦੀ ਸੀ, ਮੇਰੇ ਖਿਆਲ 'ਚ ਜਿੰਨੇ ਅੰਦੋਲਨ ਹੋਏ ਆ, ਡਾਕਟਰ ਸਾਹਿਬ ਇਸ ਗੱਲ ਨੂੰ ਜ਼ਰੂਰ ਤਾਇਦ ਕਰਨਗੇ ਮੇਰੀ, ਜਿੰਨੇ ਵੀ ਅੰਦੋਲਨ ਹੋਏ ਆ ਕਦੇ ਵੀ ਕੋਈ ਸਰਕਾਰ ਇੰਨਾ ਜ਼ਿਆਦਾ ਝੁਕੀ ਨਹੀਂ। ਔਰ ਜਿੰਨੀ ਕੇਂਦਰ ਦੀ ਸਰਕਾਰ ਇਸ ਅੰਦੋਲਨ ਮੂਹਰੇ ਝੁਕੀ ਸੀ, ਇਹ ਮੌਕਾ ਸੀ ਸਾਡੇ ਕੋਲੇ। ਅਸੀਂ ਇੱਕ ਇਤਿਹਾਸਕ ਕਾਨੂੰਨ ਬਣਾ ਸਕਦੇ ਸੀ ਦੇਸ਼ ਲਈ ਜਿਹੜਾ ਖੇਤੀ ਦੀ ਦਿਸ਼ਾ ਬਦਲ ਸਕਦਾ, ਪਰ ਅਫਸੋਸ ਇਹ ਰਾਜਨੀਤਿਕ ਅੰਦੋਲਨ ਹੋ ਕੇ ਰਹਿ ਗਿਆ ਤੇ ਸਿਰਫ ਕਾਨੂੰਨ ਵਾਪਸੀ ਤੇ ਕੇਂਦਰਿਤ ਹੋ ਗਿਆ, ਕਿਸਾਨੀ ਮੰਗਾਂ ਤੇ ਕਿਸਾਨੀ ਹੱਕਾਂ ਤੇ ਕੇਂਦਰਿਤ ਨਹੀਂ ਹੋ ਸਕਿਆ। ਧਾਲੀਵਾਲ ਸਾਹਿਬ, ਇੱਕ ਚੀਜ਼ ਤੁਸੀਂ ਮੈਨੂੰ ਸਮਝਾ ਸਕਦੇ ਹੋ ਕਿ ਇਹ ਜਿਹੜਾ ਅੰਦੋਲਨ ਹੈਗਾ ਕਿਸਾਨਾਂ ਦਾ, ਦੇਸ਼ ਦਾ, ਕਾਮਰੇਡਾਂ ਦਾ, ਕਿਹਦਾ ਅੰਦੋਲਨ ਹੈ? ਖਾਲਿਸਤਾਨੀਆਂ ਦਾ, ਨਕਸਲੀਆਂ ਦਾ? ਇੱਕ ਡਿਫਾਈਨ ਕਰ ਦਿਓ ਸਰ, ਮੈਂ ਫਿਰ ਡਿਬੇਟ ਓਪਨ ਕਰ ਦਵਾਂ ਇਸ ਤੋਂ ਬਾਅਦ। ਨਹੀਂ, ਮੇਰੇ ਕਹਿਣ ਦੀ ਤਾਂ ਹੁਣ ਕੋਈ ਗੱਲ ਹੀ ਨਹੀਂ ਰਹਿ ਗਈ ਕੇਪੀ। ਤੁਸੀਂ ਮੈਂ ਜਿਵੇਂ ਗੱਲ ਤੁਹਾਡੇ ਸਾਹਮਣੇ ਆ, ਮੈਂ ਸਾਹਮਣੇ ਗੱਲ ਰੱਖੀ। ਨਹੀਂ ਤੁਸੀਂ ਹੁਣੇ ਕਾਮਰੇਡ ਸਾਹਿਬ, ਇੱਕ ਮਿੰਟ ਧਾਲੀਵਾਲ ਸਾਹਿਬ ਸੁਣ ਲਓ ਨਾ। ਧਾਲੀਵਾਲ ਸਾਹਿਬ ਰਹਿ ਨਹੀਂ ਗਈ, ਦੁਨੀਆ ਦੀ ਗੱਲ ਚਲੀ ਗਈ, ਕਾਮਰੇਡੀ ਦੀ ਗੱਲ ਚਲੀ ਗਈ, ਇੱਕ ਵਿਚਾਰਧਾਰਾ ਦੀ ਗੱਲ ਚਲੀ ਗਈ, ਆਪਦੇ ਖੇਤ ਦੀ, ਆਪਦੇ ਮੋਟਰ ਦੇ ਕਨੈਕਸ਼ਨ ਦੀ, ਆਪਦੀ ਪਰਾਲੀ ਦੀ ਗੱਲ ਤਾਂ ਮਹਿਮਾ ਸਾਹਿਬ ਨੇ ਨਹੀਂ ਕੀਤੀ। ਚਲੋ ਹੋਰ ਕਿਸੇ ਨੇ ਕੀ ਕਰਨੀ ਸੀ? ਧਾਲੀਵਾਲ ਸਾਹਿਬ ਮੈਂ ਫਿਰ ਦੁਬਾਰਾ ਪੁੱਛ ਰਿਹਾ ਸਰ, ਇਹ ਅੰਦੋਲਨ ਕਿੰਦਾ ਸਰ? ਦੇਸ਼ ਦਾ, ਕਾਮਰੇਡਾਂ ਦਾ, ਨਕਸਲੀਆਂ ਦਾ, ਖਾਲਿਸਤਾਨੀਆਂ ਦਾ, ਅੱਤਵਾਦੀਆਂ ਦਾ, ਕਿਹਨਾਂ ਦਾ ਸਰ? ਇਹ ਦੇਖੋ, ਜਿਨ੍ਹਾਂ ਨੂੰ ਕਾਨੂੰਨ ਦੇ ਨਾਲ ਆਪਦੀ ਮੱਤ ਨਹੀਂ ਰੱਖਦੇ ਲੋਕ, ਉਹਨਾਂ ਦਾ ਅੰਦੋਲਨ ਹੈ। ਚਲੋ ਉਹਨਾਂ ਦਾ ਸਤਿਕਾਰ ਹੈ, ਉਹ ਲੋਕ ਦੇਸ਼ ਦੇ, ਜੋੜ ਕੇ ਸਤਿਕਾਰ ਆ ਉਹਨਾਂ ਦਾ। ਉਹ ਲੋਕ ਦੇਸ਼ ਦੇ ਹੈਗੇ ਆ ਨਹੀਂ ਧਾਲੀਵਾਲ ਸਾਹਿਬ?
ਹਾਂਜੀ ਉਹ ਲੋਕ ਦੇਸ਼ ਦੇ ਹੈਗੇ ਆ ਜਿਹੜੇ ਕਾਨੂੰਨਾਂ ਨਾਲ ਸਹਿਮਤੀ ਜਤਾਉਂਦੇ ਉਹ ਦੇਸ਼ ਦੇ ਹਾਂ, ਹੈ? ਮੈਂ ਗੱਲ ਰੱਖ ਚੁੱਕਿਆ। ਅੱਛਾ, ਜਿਹੜੇ ਲੋਕ ਕਾਨੂੰਨ ਨਾਲ ਸਹਿਮਤੀ ਨਹੀਂ ਰੱਖਦੇ ਉਹਨਾਂ ਦਾ ਅੰਦੋਲਨ ਹੈ, ਉਹਨਾਂ ਦਾ ਸਤਿਕਾਰ ਹੈ, ਹੱਥ ਜੋੜ ਕੇ ਸਿਰ ਝੁਕਾ ਕੇ ਸਤਿਕਾਰ। ਚਲੋ ਠੀਕ ਹੈ। ਕਮਲਜੀਤ ਸਿੰਘ ਬਰਾੜ, ਤੁਹਾਡੀ ਪਾਰਟੀ ਹੁੰਦੀ ਇਸ ਵਕਤ ਸੱਤਾ ਦੇ ਵਿੱਚ, ਕੇਂਦਰ ਦੇ ਵਿੱਚ, ਹੁਣੇ ਗੋਲੀਆਂ ਮਾਰ ਕੇ, ਡਾਂਗਾ ਮਾਰ ਕੇ, ਹੰਝੂ ਗੈਸ ਦੇ ਗੋਲੇ ਸਿੱਟ ਕੇ, ਹੋਰ ਬਲ ਪ੍ਰਯੋਗ ਕਰਕੇ ਤੁਸੀਂ ਇਹਨਾਂ ਨੂੰ ਇੱਥੋਂ ਖਦੇੜ ਦੇਣਾ ਸੀ। ਇਹ ਤਾਂ ਬੀਜੇਪੀ ਦੀ ਸਰਕਾਰ ਹੈ, ਐਨਡੀਏ ਸਰਕਾਰ ਹੈ, ਬੜੀ ਚੰਗੀ ਸਰਕਾਰ ਹੈ, ਇਤਿਹਾਸ ਸਿਰਜਦੀ ਪਈ ਹੈ। ਕਮਲਜੀਤ ਸਿੰਘ ਬਰਾੜ, ਇਹ ਬੇਤੁਕੀਆਂ ਗੱਲਾਂ ਕਰਦੇ ਆ ਭਾਜਪਾ ਦੇ ਬੁਲਾਰੇ, ਇਹਨਾਂ ਕੋਲੇ ਕੋਈ ਇਸ ਗੱਲ ਦਾ ਸਬੂਤ ਨਹੀਂ। ਮੈਂ ਦੇ ਦੇਣਾ ਸਬੂਤ ਇਹਨਾਂ ਨੂੰ। ਪਹਿਲਾਂ 3 ਮਹੀਨੇ ਅੰਦੋਲਨ ਪੰਜਾਬ 'ਚ ਚੱਲਿਆ, ਪੰਜਾਬ 'ਚ ਕਾਂਗਰਸ ਦੀ ਸਰਕਾਰ ਆ, ਕਿਸੇ ਨੂੰ ਓਏ ਲਫ਼ਜ਼ ਵੀ ਕਿਸੇ ਨੇ ਪੁਲਿਸ ਵਾਲੇ ਮੁਲਾਜ਼ਮ ਨੇ ਕਿਸੇ ਕਿਸਾਨ ਨੂੰ ਕਿਹਾ ਹੋਵੇ ਡਾਂਗ ਮਾਰਨੀ ਤਾਂ ਦੂਰ ਦੀ ਗੱਲ ਹੈ, ਦਬਕਾ ਮਾਰਨਾ ਤਾਂ ਬਹੁਤ ਵੱਡੀ ਗੱਲ ਹੈ। ਇਹਨਾਂ ਦੀ 2015 'ਚ ਭਾਜਪਾ ਤੇ ਅਕਾਲੀਆਂ ਦੀ ਸਰਕਾਰ ਸੀ ਪੰਜਾਬ 'ਚ, ਸ਼ਾਂਤਮਈ ਜਾਪ ਕਰਦੀਆਂ ਸੰਗਤਾਂ ਤੇ ਇਹਨਾਂ ਨੇ ਗੰਦੇ ਪਾਣੀ ਦੀਆਂ ਬਾਛੜਾਂ ਕੀਤੀਆਂ। ਬਹਿਬਲ ਕਲਾਂ ਵਿੱਚ 2 ਨੌਜਵਾਨ ਲੰਗਰ ਦੀ ਸੇਵਾ ਕਰ ਰਹੇ ਸੀ, ਉਹਨਾਂ ਤੇ ਗੋਲੀਆਂ ਚਲਾਈਆਂ। ਇਹ ਗੱਲਾਂ ਮੂੰਹ ਜ਼ਬਾਨੀ ਕਹਿਣ ਵਾਲੇ ਨੇ। ਔਰ ਦੁਨੀਆ ਦੇ ਇਤਿਹਾਸ ਦਾ ਜਦੋਂ ਤੋਂ ਮੁਲਕ ਆਜ਼ਾਦ ਹੋਇਆ ਉਦੋਂ ਬਾਅਦ, ਉਦੋਂ ਤੋਂ ਲੈ ਕੇ ਹੁਣ ਤੱਕ ਇੱਕੋ ਇੱਕ ਸ਼ਾਂਤਮਈ ਤੇ ਵੱਡਾ ਲੋਕਾਂ ਦਾ ਘੋਲ ਆ, ਜਨਤਕ ਘੋਲ ਆ ਜਿਹੜਾ ਲੜ ਰਹੇ ਆ ਲੋਕ, ਕਿਸਾਨ ਲੜ ਰਹੇ ਆ। ਇਹ ਇਹੀ ਨਹੀਂ ਦੱਸ ਪਾ ਰਹੇ ਕਿ ਇਹ ਕਿਹਦਾ ਅੰਦੋਲਨ ਆ। ਭਾਜਪਾ ਦੇ ਬੁਲਾਰੇ ਇਹੀ ਨਹੀਂ ਦੱਸ ਪਾ ਰਹੇ ਇਹ ਅੰਦੋਲਨ ਹੈ ਕਿਹਦਾ। ਇਹ ਅੰਦੋਲਨ ਉਸੇ ਤਰ੍ਹਾਂ ਲੜਿਆ ਜਾ ਰਿਹਾ। ਮੈਨੂੰ ਇਹ ਲੱਗਦਾ ਵੀ ਅਸੀਂ ਉਦੋਂ ਤਾਂ ਜੰਮੇ ਨਹੀਂ ਸੀ ਜਦੋਂ ਦੇਸ਼ ਦੀ ਆਜ਼ਾਦੀ ਦੀ ਲੜਾਈ ਲੜੀ ਹੈ ਕਿ ਪੰਜਾਬ ਦੇ ਲੋਕ, ਸਾਰੀਆਂ ਜਾਤਾਂ, ਹਿੰਦੁਸਤਾਨ ਦੀਆਂ ਸਾਰੀਆਂ ਜਾਤਾਂ ਧਰਮਾਂ ਦੇ ਲੋਕ ਇਕੱਠੇ ਹੋ ਕੇ ਇੱਕ ਫਿਰਕਾ ਪ੍ਰਸਤ ਸਰਕਾਰ ਦੇ ਖਿਲਾਫ ਅੰਦੋਲਨ ਕਰ ਰਹੇ ਆ ਆਪਣੀ ਜ਼ਮੀਨ ਬਚਾਉਣ ਲਈ। ਅੱਜ ਤੁਸੀਂ ਦੇਖੋ ਇੱਕ ਕਾਰਪੋਰੇਟ ਘਰਾਣੇ ਦਾ ਕਬਜ਼ਾ ਤੇਲ ਤੇ ਹੋ ਗਿਆ। ਤੇਲ ਦਾ ਰੇਟ ਦੇਖੋ। ਜਦੋਂ ਉਹੀ ਕਾਰਪੋਰੇਟ ਘਰਾਣਿਆਂ ਨੇ ਇਹਨਾਂ ਦੇ ਬਣਾਏ ਕਾਨੂੰਨ ਰਾਹੀਂ ਰਾਸ਼ਨ ਕਣਕ ਜਮਾ ਕਰਨੀ ਸ਼ੁਰੂ ਕਰਤੀ, ਸਟੋਰ ਕਰਨੀ ਸ਼ੁਰੂ ਕਰਤੀ, ਤੇ ਰੋਟੀ ਤੋਂ ਵੀ ਮੁਖਾਰ ਹੋ ਜਾਣਗੇ ਲੋਕ ਮੁਲਕ ਦੇ। ਇਹ ਲੜਾਈ ਇਸ ਰੋਟੀ ਦੀ ਲੜਾਈ ਆ, ਲੋਕਾਂ ਦੇ ਚੁੱਲ੍ਹਿਆਂ ਦੀ ਲੜਾਈ ਆ। ਭਾਜਪਾ ਵਾਲੇ ਅੱਖਾਂ ਬੰਦ ਕਰਕੇ ਕਿਉਂ ਮੋਦੀ ਦੇ ਖਿਲਾਫ, ਪੰਜਾਬ ਦੇ ਜੰਪਲ ਲੋਕ ਮੋਦੀ ਦੇ ਹੱਕ 'ਚ ਖੜਨ। ਬਰਾੜ ਸਾਹਿਬ ਤੇ ਮੰਦਭਾਗੀ ਗੱਲ ਹੋ ਨਹੀਂ ਸਕਦੀ। ਬਰਾੜ ਸਾਹਿਬ, ਉੱਥੇ ਕਿਸਾਨ ਬੈਠੇ ਆ, ਆਮ ਲੋਕ ਬੈਠੇ ਆ। ਮੇਰਾ ਸਵਾਲ ਹੈ ਵਿਰੋਧੀ ਧਿਰਾਂ ਦੇ ਜੋ ਭੂਮਿਕਾ ਸੀ ਵਿਰੋਧੀ ਧਿਰਾਂ ਦੀ, ਉਹਨਾਂ ਨੇ ਆਪਦੀ ਭੂਮਿਕਾ ਕਿੰਨੀ ਅਦਾ ਕੀਤੀ ਸਰ? ਮੇਰਾ ਸਵਾਲ ਤਾਂ ਇਹ ਹੈ ਕਮਲਜੀਤ ਬਰਾੜ। ਮੈਂ ਆਪਦੀ ਨਿੱਜੀ ਦੱਸ ਦਿੰਦਾ, ਗਾਜੀਪੁਰ ਬਾਰਡਰ ਤੋਂ ਇਹ ਗੋਲੀਆਂ ਦੀ ਗੱਲ ਕਰਦੇ ਆ। ਗਾਜੀਪੁਰ ਬਾਰਡਰ ਤੋਂ ਐਂਟਰ ਹੁੰਦਾ ਇੱਕ ਕਿਸਾਨਾਂ ਦਾ ਜਥਾ ਜਿਹਦੇ ਵਿੱਚ ਨਵਰੀਤ ਸਿੰਘ ਡਿਮਡਵਾ ਸ਼ਾਮਲ ਆ। ਟਰੈਕਟਰ ਚਲਾਉਂਦੇ ਤੇ ਗੋਲੀ ਮਾਰ ਰਹੀ ਹੈ ਦਿੱਲੀ ਦੀ ਪੁਲਿਸ, ਮੋਦੀ ਦੀ ਪੁਲਿਸ। ਉਹ ਗੋਲੀ ਮਾਰ ਕੇ ਉਸ ਕਿਸਾਨ ਨੂੰ ਸ਼ਹੀਦ ਕਰਤਾ ਔਰ ਉਸ ਤੋਂ ਬਾਅਦ ਉਹਨੂੰ ਹਾਦਸਾ ਦੱਸਿਆ ਗਿਆ। ਤੁਹਾਡੇ ਚੈਨਲ ਤੇ ਝੂਠ ਚੱਲ ਰਿਹਾ, ਮੈਂ ਝੂਠ ਦਾ ਵਿਰੋਧ ਕਰਦਾ। ਇਹ ਝੂਠ ਦਾ ਮੈਂ ਵਿਰੋਧ ਕਰਦਾ। ਦੇਖੋ ਬਰਾੜ ਸਾਹਿਬ ਨੂੰ ਇਹ ਝੂਠ ਤੁਹਾਡੇ ਚੈਨਲ ਤੇ ਚਲਾਉਣ ਦਾ ਕੋਈ ਹੱਕ ਨਹੀਂ। ਜਾਂ ਮਾਫੀ ਮੰਗਣ, ਜਾਂ ਮਾਫੀ ਮੰਗਣ। ਇੱਕ ਮਿੰਟ ਕਮਲਜੀਤ ਬਰਾੜ, ਹਮਲਾ ਕਰਨ ਵਾਲੀ ਗੱਲ ਬੜੀ ਆਰਾਮ ਨਾਲ ਸੁਣੀਏ ਮੇਰੀ। ਖੂਨੀ ਪੰਜੇ ਦਾ ਸਾਥ ਦੇਣ ਵਾਲੇ। ਇੱਕ ਮਿੰਟ ਕਮਲਜੀਤ ਬਰਾੜ, ਇੱਕ ਮਿੰਟ ਕਮਲਜੀਤ ਬਰਾੜ, ਇੱਕ ਮਿੰਟ ਕਮਲਜੀਤ ਬਰਾੜ, ਇੱਕ ਮਿੰਟ, ਝੂਠ ਮਾਰੀ ਜਾਂਦੇ ਆ। ਇੱਕ ਮਿੰਟ ਕੁਲਦੀਪ ਧਾਲੀਵਾਲ, ਕਮਲਜੀਤ ਬਰਾੜ, ਇੱਕ ਮਿੰਟ ਪਲੀਜ਼, ਇੱਕ ਮਿੰਟ ਪਲੀਜ਼, ਇੱਕ ਮਿੰਟ ਪਲੀਜ਼। ਤੇਰਾ ਝੂਠ ਸੁਣਿਆ, ਸਾਡਾ ਸੱਚ ਸੁਣਿਆ, ਚੁੱਪ ਕਰਕੇ ਤੇਰਾ ਝੂਠ ਸੁਣਿਆ, ਬਰਦਾਸ਼ਤ ਕੀਤਾ 5 ਬੁਲਾਰਿਆਂ ਨੇ। ਤੂੰ ਸਾਡਾ ਸੱਚ ਸੁਣ ਸਾਰਿਆਂ ਦਾ। ਇੱਕ ਮਿੰਟ ਕਮਲਜੀਤ ਬਰਾੜ, ਕੁਲਦੀਪ ਧਾਲੀਵਾਲ, ਇੱਕ ਮਿੰਟ। ਮੈਂ ਝੂਠ ਜਿਹੜਾ ਸੁਣਾ ਰਹੇ ਆ ਬਿਲਕੁਲ ਝੂਠ ਆ। ਚਲੋ ਕੇਪੀ ਤੁਹਾਡੇ ਇੱਕ ਮਿੰਟ ਕੁਲਦੀਪ ਧਾਲੀਵਾਲ, ਇੱਕ ਮਿੰਟ ਕਮਲਜੀਤ ਬਰਾੜ, ਕਮਲਜੀਤ ਬਰਾੜ, ਇੱਕ ਮਿੰਟ ਕਮਲਜੀਤ ਬਰਾੜ, ਇੱਕ ਮਿੰਟ ਕਮਲਜੀਤ ਬਰਾੜ, ਇੱਕ ਮਿੰਟ ਰੁਕ ਜਾਓ ਪਲੀਜ਼, ਇੱਕ ਮਿੰਟ ਰੁਕ ਜਾਓ। ਗਰਮੀਤ, ਇੱਕ ਮਿੰਟ ਪਲੀਜ਼। ਗਰਮੀਤ ਮੈਮ, ਜੇ ਮੇਰੀ ਆਵਾਜ਼ ਤੁਹਾਡੇ ਤੱਕ ਪਹੁੰਚ ਰਹੀ ਹੈ ਤੇ ਆਪਣਾ ਅਨਮਿਊਟ ਕਰ ਲਿਓ ਪਲੀਜ਼। ਇਹ ਕਮਲਜੀਤ ਬਰਾੜ ਜਿਹੜੇ ਇਲਜ਼ਾਮ ਲਾ ਰਹੇ ਆ ਨਵਰੀਤ ਡਿਮਡਵਾ ਵਾਲੇ, ਇਹ ਸੱਚ ਹੈ? ਹੈਲੋ, ਮੇਰੀ ਆਵਾਜ਼ ਆ ਰਹੀ? ਹਾਂ ਗਰਮੀਤ ਮੈਮ, ਬੋਲੋ। ਵੇਖੋ ਜੀ, ਜਿਹੜੇ ਇਲਜ਼ਾਮ ਨਹੀਂ ਲਾ ਰਹੇ, ਇਹ ਤਾਂ ਵਾਪਰਿਆ ਹੀ ਏਦਾਂ ਕਿ ਜਿਹੜਾ 26 ਤਰੀਕ ਨੂੰ ਅੰਦੋਲਨ ਸੱਦਾ ਦਿੱਤਾ ਸੀ, ਮਾਰਚ ਦਾ ਸੱਦਾ ਦਿੱਤਾ ਸੀ, ਤੇ ਉੱਥੇ ਬੀਜੇਪੀ ਨੇ ਗੋਲੀ ਚਲਾਈ ਤੇ ਕਿਸਾਨ ਸ਼ਹੀਦ ਕੀਤੇ ਗਏ, ਹੋਰ ਵੀ ਕਈ ਕੁਝ ਵਾਪਰਿਆ। ਅਗਲੀ ਗੱਲ ਜਿਹੜੀ ਤਾਜ਼ਾ ਘਟਨਾ ਵਾਪਰੀ ਏ ਲਖੀਮਪੁਰ ਧਾਲੀਵਾਲ ਸਾਹਿਬ ਆ ਰਿਹਾ, ਧਾਲੀਵਾਲ ਸਾਹਿਬ ਤੁਹਾਡੇ ਕੋਲ ਵੀ ਆਉਂਗਾ ਸਰ, ਤੁਹਾਡੇ ਕੋਲ ਵੀ ਆਉਂਗਾ। ਕੁਲਦੀਪ ਧਾਲੀਵਾਲ ਆ ਰਿਹਾ ਤੁਹਾਡੇ ਕੋਲੇ। ਕੁਲਦੀਪ ਧਾਲੀਵਾਲ, ਇਦਾਂ ਨਾ ਕਰੋ। ਕਿਸਾਨ ਆ ਰਿਹਾ ਹਾਂ ਗਰਮੀਤ ਮੈਮ ਦਾ ਗ੍ਰਹਿ ਰਾਜ ਮੰਤਰੀ ਇੱਕ ਮਿੰਟ ਕੁਲਦੀਪ ਧਾਲੀਵਾਲ, ਇਦਾਂ ਨਾ ਕਰੋ ਪਲੀਜ਼। ਉੱਤਰ ਪ੍ਰਦੇਸ਼ ਦੇ ਵਿੱਚ
ਗੱਡੀਆਂ ਚੜਾ ਕੇ ਜਦੋਂ ਕਿਸਾਨ ਬੀਜੇਪੀ ਦਾ ਵਿਰੋਧ ਕਰਨ ਤੋਂ ਬਾਅਦ ਵਾਪਸ ਜਾ ਰਹੇ ਸੀ, ਸ਼ਾਂਤਮਈ ਵਿਰੋਧ ਕਰ ਰਹੇ ਸੀ, ਤਾਂ ਗੱਡੀਆਂ ਚੜਾ ਕੇ ਦਰ ਦਿੱਤੇ ਗਏ 3-4 ਕਿਸਾਨ। ਪੰਜਵਾਂ ਇੱਕ ਪੱਤਰਕਾਰ ਸੀ, ਇਹ ਕਹਿੰਦੇ ਅਸੀਂ ਹਿੰਸਕ ਨਹੀਂ ਹੋਏ, ਅਸੀਂ ਸ਼ਾਂਤਮਈ ਰਹਿ ਰਹੇ ਆ। ਕਿੱਥੇ ਸ਼ਾਂਤਮਈ ਰਹਿ ਰਹੇ ਨੇ? ਚਲੋ ਹਾਂ ਕੁਲਦੀਪ, ਠੀਕ ਹੈ ਗਰਮੀਤ ਹੋ ਨਹੀਂ ਸਕਦਾ ਭਾਰਤ ਦੇ ਵਿੱਚ। ਗਰਮੀਤ ਮੈਂ ਆ ਰਿਹਾ ਵਾਪਸ। ਕੁਲਦੀਪ ਧਾਲੀਵਾਲ ਹੁਣ ਬੋਲੋ ਤੁਸੀਂ। ਕਮਲ ਜੀ ਬਰਾੜ ਨੇ ਵੀ ਇਲਜ਼ਾਮ ਲਾਏ ਆ, ਕਿਸਾਨ ਆਗੂ ਨੇ ਵੀ ਇਲਜ਼ਾਮ ਲਾਏ, ਦੋਨੋਂ ਝੂਠੇ ਆ? ਕੇਪੀ ਮੈਂ ਪਹਿਲਾਂ ਦੇਖੋ ਕੋਈ ਵੀ ਮੈਨੂੰ ਮਹਿਮਾ ਸਾਹਿਬ ਤੇ ਕੋਈ ਇਤਰਾਜ਼ ਨਹੀਂ, ਕਿਉਂਕਿ ਠੀਕ ਹੈ ਉਹਨਾਂ ਦੀ ਜਾਣਕਾਰੀ ਉਨੀ ਹੋ ਸਕਦੀ ਹੈ, ਪਰ ਬਰਾੜ ਸਾਹਿਬ ਜ਼ਿੰਮੇਵਾਰ ਬੁਲਾ ਰਹੇ ਆ ਕਿ ਪਾਰਟੀ ਦੇ ਬਰਾੜ ਸਾਹਿਬ ਇਹਦਾ ਕਿਵੇਂ ਕਹਿ ਸਕਦੇ ਆ? ਇੱਕ ਮਿੰਟ ਕਮਲ ਜੀ ਬਰਾੜ, ਇੱਕ ਮਿੰਟ ਕਮਲ ਜੀ ਬਰਾੜ, ਇੱਕ ਮਿੰਟ ਪਲੀਜ਼ ਕਮਲ ਜੀ ਬਰਾੜ, ਇੱਕ ਮਿੰਟ ਆਪਾਂ ਦਰਸ਼ਕਾਂ ਨੂੰ ਸਮਝਾ ਦਈਏ। ਕੁਲਦੀਪ ਧਾਲੀਵਾਲ, ਇੱਕ ਮਿੰਟ 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 ਪਲੀਜ਼ ਕੁਲਦੀਪ ਧਾਲੀਵਾਲ, ਕੁਲਦੀਪ ਧਾਲੀਵਾਲ, ਇੱਕ ਮਿੰਟ ਕੁਲਦੀਪ, ਇੱਕ ਮਿੰਟ ਟੀਵੀ ਤੇ ਆਇਆ ਇੱਕ ਮਿੰਟ ਗੋਲੀ ਲੱਗੀ ਯਾਰ, ਲਾਠੀ ਤੱਕ ਨਹੀਂ ਚੱਲੀ। ਇੱਕ ਮਿੰਟ ਕੁਲਦੀਪ ਧਾਲੀਵਾਲ, ਆਪਾਂ ਸੁਣਦੇ ਕਿਉਂ ਨਹੀਂ ਪਏ? ਕੁਲਦੀਪ ਧਾਲੀਵਾਲ, ਆਪਾਂ ਸੁਣਦੇ ਕਿਉਂ ਨਹੀਂ ਪਏ? ਸੁਣਨ ਦਾ ਮਾਦਾ ਰੱਖੋ ਨਾ ਪਲੀਜ਼। ਕੁਲਦੀਪ ਧਾਲੀਵਾਲ, ਕਮਲ ਜੀ ਬਰਾੜ ਨੇ ਜਿਹੜੇ ਇਲਜ਼ਾਮ ਲਾਇਆ, ਮੈਂ ਉਹਨਾਂ ਤੇ ਸਵਾਲ ਨਹੀਂ ਕਰ ਰਿਹਾ, ਮੈਂ ਤੁਹਾਡੇ ਤੋਂ ਸਵਾਲ ਕਰ ਰਿਹਾ ਕੁਲਦੀਪ ਧਾਲੀਵਾਲ ਕਿ ਲਖੀਮਪੁਰ ਦੇ ਵਿੱਚ ਕਿਸਾਨਾਂ ਨੂੰ ਦਰੜਿਆ ਨਹੀਂ ਗਿਆ, ਉਹ ਕਤਲ ਨਹੀਂ ਗਾ, ਕਿ ਉੱਥੇ ਲਾਲ ਕਿਲੇ ਦੇ ਵਿੱਚ ਗੋਲੀ ਨਹੀਂ ਚੱਲੀ? ਕੁਲਦੀਪ ਧਾਲੀਵਾਲ, ਨਵਰੀਤ ਡਿਬਡਿਬ ਦਾ ਜਿਹਦਾ ਜ਼ਿਕਰ ਕੀਤਾ ਹੋਇਆ ਉਹਦੇ ਗੋਲੀ ਨਹੀਂ ਚੱਲੀ? ਕੁਲਦੀਪ ਧਾਲੀਵਾਲ, 3 ਸਵਾਲ ਆ, ਇਹਦਾ ਜਵਾਬ ਦਿਓ ਸਰ। ਚਲੋ ਪਹਿਲੀ ਗੱਲ, ਲਖੀਮਪੁਰ ਖੀਰੀ ਵਾਲੀ ਘਟਨਾ ਤੇ ਤੁਹਾਡੇ ਚੈਨਲ ਤੇ ਆ ਕੇ ਮੈਂ 5 ਵਾਰੀ ਇਸ ਘਟਨਾ ਨੂੰ ਨਿੰਦ ਚੁੱਕਿਆ, ਔਰ ਜਿਹੜੇ ਦੋਸ਼ੀ ਆ ਸਲਾਖਾਂ ਦੇ ਪਿੱਛੇ ਆ। ਸਰ ਉਹ ਕਤਲ ਸੀ ਕਿ ਨਹੀਂ? ਕੁਲਦੀਪ ਧਾਲੀਵਾਲ, ਉਹ ਕਤਲ ਸੀ ਜਾਂ ਨਹੀਂ? ਕੁਲਦੀਪ ਧਾਲੀਵਾਲ ਨਾਲ ਕੇਂਦਰ ਸਰਕਾਰ ਨਾਲ ਪਾਰਟੀ ਨਾਲ ਉਹਦਾ ਸੰਬੰਧ ਜੋੜਨ ਵਾਲੇ ਖੁਦ ਜਿਹੜਾ ਹੈਗਾ ਉਹ ਗੁਨੇਗਾਰ ਹੈ। ਕੁਲਦੀਪ ਧਾਲੀਵਾਲ, ਇੱਕ ਮਿੰਟ ਕੁਲਦੀਪ ਧਾਲੀਵਾਲ, ਇੱਕ ਮਿੰਟ ਕੁਲਦੀਪ ਧਾਲੀਵਾਲ, ਸੁਣ ਤਾਂ ਲਓ ਨਾ ਸਰ, ਇਦਾਂ ਨਾ ਕਰੋ ਨਾ, ਇਦਾਂ ਨਾ ਕਰੋ ਸਰ। ਉਹ ਕਤਲ ਸੀ ਜਾਂ ਨਹੀਂ? ਲਖੀਮਪੁਰ ਚ ਮਰਡਰ ਹੋਇਆ ਜਾਂ ਨਹੀਂ? ਇਹਨੇ ਹੁਣ ਮੈਨੂੰ ਬੋਲਣ ਦਿਓ। ਮੈਂ ਕਹਿ ਚੁੱਕਿਆ ਕਿ ਉੱਥੇ ਦੋਸ਼ੀਆਂ ਨੂੰ ਸਜ਼ਾ ਮਿਲ ਚੁੱਕੀ ਹੈ, ਔਰ ਦੋਸ਼ੀ ਸਲਾਖਾਂ ਦੇ ਪਿੱਛੇ ਹੈ। ਉਹ ਸਰਕਾਰ ਨਾਲ ਕੰਮ ਕਰ ਰਹੀ ਹੈ, ਸਾਜ਼ਿਸ਼ ਦਾ ਹਿੱਸਾ ਨਹੀਂ ਆਇਆ, ਔਰ ਨਾ ਉਹਨੂੰ ਤੁਸੀਂ ਜੋੜ ਸਕਦੇ ਆ। ਔਰ ਜਿਹੜੀ ਤੁਸੀਂ ਇਹਦੀ ਗੱਲ ਕਰ ਰਹੇ ਆ ਲਾਲ ਕਿਲੇ ਵਾਲੀ, ਲਾਠੀ ਚੱਕ ਨਹੀਂ ਚੱਲੀ, ਇੱਕ ਡੰਡਾ ਨਹੀਂ ਵੱਜਿਆ ਕਿਸੇ ਦੇ। ਚਲੋ, ਔਰ ਅੱਜ ਉਹ ਗੱਲ ਨੂੰ ਬਿਨਾਂ ਗੱਲ ਤੋਂ ਬਰਾੜ ਸਾਹਿਬ ਮਤਲਬ ਇੱਕ ਗਲਤ ਤਰੀਕੇ ਨਾਲ ਪੇਸ਼ ਕਰ ਰਿਹਾ। ਮੇਰਾ ਇਤਰਾਜ਼ ਉਸ ਤੇ ਹੈ, ਮੈਂ ਮਹਿਮਾ ਸਾਹਿਬ ਦੀ ਗੱਲ ਤੇ ਇਤਰਾਜ਼ ਨਹੀਂ ਕਰ ਰਿਹਾ। ਚਲੋ ਠੀਕ ਹੈ, ਮੈਂ ਬਰਾੜ ਸਾਹਿਬ ਦੀ ਗੱਲ ਤੇ ਇਤਰਾਜ਼ ਕਰ ਰਿਹਾ। ਮਹਿਮਾ ਸਾਹਿਬ ਕਹਿ ਰਹੇ ਆ ਨਵਰੀਤ ਦੇ ਗੋਲੀ ਵੱਜੀ ਹੈ, ਤੁਸੀਂ ਉਹ ਤੇ ਇਤਰਾਜ਼ ਨਹੀਂ? ਤੁਹਾਨੂੰ ਉਹਦੇ ਤੇ ਮੈਂ ਇਸ ਕਰਕੇ ਇਤਰਾਜ਼ ਨਹੀਂ ਕਰ ਰਿਹਾ ਕਿਉਂਕਿ ਉਹ ਠੀਕ ਹੈ, ਕਿਸਾਨ ਯੂਨੀਅਨ ਦੇ ਆਗੂ ਆ, ਉਹਨਾਂ ਕੋਲੇ ਜਾਣਕਾਰੀ ਜਿਹੜੀ ਆ WhatsApp ਦੇ ਰਾਹੀਂ ਆਉਂਦੀ ਹੈ, ਪਰ ਇਹਨਾਂ ਕੋਲ ਤਾਂ ਸਾਰੀ ਜਾਣਕਾਰੀ ਹੈ। ਅੱਛਾ, ਇਹ ਕਿਵੇਂ ਝੂਠ ਬੋਲ ਸਕਦੇ ਆ? ਚਲੋ, ਇਹਦਾ ਮਤਲਬ ਗਰਮੀਤ ਕੋਈ ਜੇ ਉੱਥੇ ਕੁਝ ਹੋਇਆ ਯਾਰ, ਆਪਣੇ ਕੋਲੇ ਉਹਦਾ FIR ਹੈ, ਉਹਦੀ ਮੈਡੀਕਲ ਰਿਪੋਰਟ ਹੈ, ਉਹਦਾ ਸਾਰਾ ਕੁਝ ਆਪਣੇ ਕੋਲੇ ਹੈ, ਤੇ ਤੁਸੀਂ ਝੂਠ ਕਿਵੇਂ ਬੋਲ ਸਕਦੇ ਹੋ? ਚਲੋ, ਇੱਕ ਗਰਮੀਤ ਇੱਕ ਮਿੰਟ ਪਲੀਜ਼, ਇੱਕ ਮਿੰਟ ਰੁਕ ਜਾਓ ਹੁਣ ਕੁਲਦੀਪ ਧਾਲੀਵਾਲ, ਰੁਕ। ਰੱਬ ਦਾ ਖੌਫ ਖਾਓ ਯਾਰ। ਹਾਂ, ਮੈਂ ਇੱਕ ਛੋਟਾ ਬ੍ਰੇਕ ਲੈ ਕੇ ਵਾਪਸ ਆ ਰਿਹਾ, ਸਾਰਾ ਕੁਝ ਤੁਹਾਡੇ ਸਾਹਮਣੇ ਰੱਖਿਆ ਜਾਊਗਾ, ਸਾਰੇ ਸਵਾਲ ਤੁਹਾਡੇ ਸਾਹਮਣੇ ਆ, ਜਵਾਬ ਇਹਨਾਂ ਪੈਨਲਿਸਟ ਨੇ ਦੇਣੇ ਹੈਗੇ ਆ। ਇਹ ਜਵਾਬ ਕਿੰਨੀ ਸਾਫ਼ ਕੋਈ ਨਾਲ ਦਿੰਦੇ ਆ, ਸਵਾਲ ਇਹੀ ਹੈਗੇ ਆ। ਪੋਸਟਮਾਰਟਮ ਰਿਪੋਰਟ ਵਿੱਚ ਕੀ ਸੀਗਾ, ਮੈਡੀਕਲ ਰਿਪੋਰਟ ਵਿੱਚ ਕੀ ਸੀਗਾ, ਪੁਲਿਸ ਨੇ ਕਿਹੜੀ ਕਾਰਵਾਈ ਕੀਤੀ, ਇਹ ਸਾਰੇ ਸਵਾਲ ਹੈ। ਪਰ ਇਹ ਅੰਦੋਲਨ ਹਿੰਸਕ ਨਹੀਂ ਹੋਇਆ, ਜਾਂ ਹਿੰਸਕ ਹੋਣਾ ਸੀ, ਬਚ ਗਿਆ। ਇਸ ਅੰਦੋਲਨ ਨੂੰ ਧਰਮ ਦੀ ਚਾਦਰ ਪਹਿਨਾਉਣ ਦੀ ਕੋਸ਼ਿਸ਼ ਕੀਤੀ ਗਈ, ਫਿਰਕਿਆਂ 'ਚ ਵੰਡਣ ਦੀ ਕੋਸ਼ਿਸ਼ ਕੀਤੀ ਗਈ, ਉਹ ਕਿਉਂ ਨਹੀਂ ਹੋਈਆਂ ਜਾਂ ਕਿਉਂ ਨਹੀਂ ਹੋ ਸਕਿਆ? ਇਹ ਸਵਾਲ ਆਪਣੇ ਆਪ ਵਿੱਚ ਉਨੇ ਵੱਡੇ ਨਹੀਂ ਹੈਗੇ। ਸਵਾਲ ਇਹ ਹੈਗਾ ਖੇਤੀ ਉਹਨਾਂ ਦਾ ਮੁੱਦਾ ਕਿਤੇ ਡੀਰੇਲ ਤਾਂ ਨਹੀਂ ਹੋ ਰਿਹਾ। ਵਾਪਸ ਆ ਰਿਹਾ, ਇੱਕ ਵਾਰ ਫਿਰ ਤੁਹਾਡਾ ਸਵਾਗਤ ਕਰਦੇ ਹਾਂ। ਕਦੋਂ ਸੁਣੋਗੇ ਸਰਕਾਰ? ਅਸੀਂ ਵੱਡਾ ਸਵਾਲ ਪੁੱਛਣ, ਦਿੱਲੀ ਬਾਰਡਰਾਂ ਤੇ 11 ਮਹੀਨੇ ਤੋਂ ਬੈਠੇ ਕਿਸਾਨਾਂ ਜ਼ਰੀਏ ਕਿਹੜਾ ਟਾਰਗੇਟ ਸੈੱਟ ਕਰ ਰਹੀ ਹੈ ਸਿਆਸਤ? ਡਾਟਾ ਪਹਿਲਾ ਗਰਗ ਸਰ, ਮੈਨੂੰ ਇਉਂ ਲੱਗਦਾ ਕਿ ਇੱਕ ਮਿੰਟ ਪਲੀਜ਼ ਕਮਲ ਜੀ ਬਰਾ, ਡਾਟਾ ਗਰਗ ਮੈਨੂੰ ਇਉਂ ਲੱਗਦਾ ਕਿ ਜਿਹੜਾ ਖੇਤੀ ਕਾਨੂੰਨ ਦਾ ਮੁੱਦਾ ਹੈ, ਜਿਹੜਾ ਰੀਅਲ ਇਸ਼ੂ ਹੈ, ਜਿੰਦੇ ਕਰਕੇ ਧਰਨਾ ਲੱਗਿਆ, ਉਹ ਕਿਤੇ ਨਾ ਕਿਤੇ ਡੀਰੇਲ ਕਰਨ ਦੀ ਕੋਸ਼ਿਸ਼ ਤਾਂ ਨਹੀਂ ਕੀਤੀ ਜਾ ਰਹੀ? ਡਾਟਾ ਗਰਗ, ਜਦੋਂ ਵੀ ਸਵਾਲ ਕਰਦੇ ਆ ਵਿੱਚ ਸਵਾਲ ਫਿਰਕਿਆਂ ਦਾ ਆ ਜਾਂਦਾ, ਵਿੱਚ ਧਰਮ ਦਾ ਸਵਾਲ ਆ ਜਾਂਦਾ, ਵਿੱਚ ਬੇਅਦਬੀ ਵਾਲਾ ਸਵਾਲ ਆ ਜਾਂਦਾ, ਵਿੱਚ ਗੱਡੀ ਦਰੜਨ ਵਾਲਾ ਸਵਾਲ ਆ ਜਾਂਦਾ, ਨਿੰਗਾ ਵਾਲਾ ਸਵਾਲ ਆ ਜਾਂਦਾ। ਡਾਟਾ ਗਰਗ, ਮੈਂ ਇਹਦੇ ਸਾਹਮਣੇ ਹੈ ਡੀਰੇਲ ਕਰਨ ਦੀ ਗੱਲ ਤੇ ਮੈਂ ਫੇਰ ਆਉਣਾ। ਪਹਿਲਾਂ ਤਾਂ ਮੈਂ ਇੱਕ ਗੱਲ ਕਹਿਣਾ ਵੀ ਨਵਰੀਤ ਸਿੰਘ ਦੀ ਪੂਰੀ ਵੀਡੀਓਗ੍ਰਾਫੀ, ਪੂਰਾ ਪੋਸਟਮਾਰਟਮ, ਔਰ ਇੱਕ ਵਾਰੀ ਨਹੀਂ 10 ਵਾਰੀ ਮੈਂ ਦੇਖਿਆ, ਮੈਂ ਆਪਣੀ ਓਪੀਨੀਅਨ ਦਿੱਤੀ ਹੈ ਲਿਖ ਕੇ। ਉਹ ਕਿਸੇ ਤਰ੍ਹਾਂ ਵੀ ਕੋਈ ਵੀ ਡਾਕਟਰ ਇਹ ਨਹੀਂ ਜਸਟੀਫਾਈ ਕਰ ਸਕਦਾ ਵੀ ਇਹ ਟਰੈਕਟਰ ਤੋਂ ਗਿਰ ਕੇ ਜਾਂ ਟਰੈਕਟਰ ਦੇ ਥੱਲੇ ਆ ਕੇ ਜਾਂ ਟਰੈਕਟਰ ਕਿਸੇ ਚੀਜ਼ 'ਚ ਵੱਜਾ ਹੋਵੇ, ਉਹਦੇ ਨਾਲ ਇਹ ਮੌਤ ਹੋਈ ਹੋਵੇ। ਉਹ ਪੋਸਟਮਾਰਟਮ ਮੈਂ ਸੈਂਕੜੇ ਪੋਸਟਮਾਰਟਮ ਕਰੇ ਨੇ, ਰੋਜ਼ ਕੋਰਟਾਂ 'ਚ ਗਵਾਹੀਆਂ ਦਿੱਤੀਆਂ ਨੇ। ਇਹਦੇ ਤੇ ਕਾਰਵਾਈ 'ਚ ਮੇਰੀ ਉਹਨਾਂ ਕਿਹਾ ਲਿਖ ਕੇ ਭੇਜ ਦਿਓ, ਮੈਂ ਲਿਖ ਕੇ ਭੇਜਦਾ।
ਔਰ ਮੇਰੇ ਕੋਲ ਪੂਰੀ ਵੀਡੀਓਗ੍ਰਾਫੀ ਉਸ ਪੋਸਟਮਾਰਟਮ ਦੀ ਕਿਵੇਂ ਹੋਇਆ, ਉਹਦੀ ਮੇਰੇ ਕੋਲ ਪੂਰੀ FIR ਦੀ ਕਾਪੀ ਹੈ, ਉਹਦੇ ਮੇਰੇ ਕੋਲ ਪੂਰੀ ਪੋਸਟਮਾਰਟਮ ਦੀ ਰਿਪੋਰਟ ਦੀ ਕਾਪੀ ਹੈ, ਇਹ 'ਚ ਕੋਈ ਦੋ ਰਾਏ ਨਹੀਂ ਹੈ। ਦੂਸਰਾ ਸਵਾਲ ਸਾਡੇ ਸਾਹਮਣੇ ਇਹ ਆ ਰਿਹਾ ਹੈ ਕਿ ਬਿੱਲ ਨੇ ਜਿਹੜੇ ਕਿਸਾਨੀ ਦੀ ਹਾਲਤ ਸੁਧਾਰਨ ਵਾਸਤੇ ਨੇ, ਸਟਰਗਲ ਕਿਸਾਨੀ ਦਾ ਰਿਹਾ। ਮੈਂ ਮੋਟੀ ਜੀ ਗੱਲ, ਮੈਨੂੰ ਲੱਗਦਾ ਸਾਡੇ ਜਿਹੜੇ ਪੈਨਲਿਸਟ ਨੇ ਇਹਨਾਂ ਨੂੰ ਪਤਾ ਜ਼ਰੂਰ ਹੋਊ, ਸਿਆਣੇ ਨੇ, ਸਿਆਸੀ ਨੇ, ਕਿਸਾਨ ਲੀਡਰ ਨੇ, ਜਿਹੜਾ ਐਸੈਂਸ਼ੀਅਲ ਕਮੋਡਿਟੀ ਐਕਟ ਹੈ ਉਹਦੇ ਜਿਹੜੇ ਬਦਲਾਅ ਕਰਿਆ ਗਿਆ ਹੈ, ਉਹਦਾ ਪਹਿਲੀ ਗੱਲ ਸਰਕਾਰ ਨੂੰ ਉਹ ਬਦਲਾਅ ਦਾ ਕੋਈ ਅਧਿਕਾਰ ਨਹੀਂ ਸੀ। ਕਿਉਂ? ਸੰਵਿਧਾਨ ਦਾ ਆਰਟੀਕਲ 369 ਹੈ ਜੀ 'ਚ ਸੰਵਿਧਾਨ ਘੜਨੀ ਸਭਾ ਨੇ ਇਹ ਕਿਹਾ ਸੀ ਅਸੀਂ ਇਸ ਵਾਸਤੇ ਇਹ ਆਰਟੀਕਲ ਪਾ ਰਹੇ ਹਾਂ ਕਿ ਦੇਸ਼ ਦੇ ਵਿੱਚ ਵਸਤਾਂ ਦੀ ਥੁੜ ਨਾ ਹੋ ਜੇ, ਜ਼ਰੂਰੀ ਵਸਤਾਂ ਦੀ, ਉਹਨਾਂ ਦੇ ਭਾਅ ਨਾ ਅਸਮਾਨੀ ਚੜ ਜਾਣ, ਉਹਦੇ ਵਿੱਚ ਕੋਈ ਕਾਲਾ ਬਾਜ਼ਾਰੀ ਨਾ ਹੋਵੇ, ਇਹ ਕਹਿ ਕੇ ਪਾਇਆ ਗਿਆ। ਉਹਦੀ ਬਹਿਸ ਪੜ੍ਹ ਲਓ, 10 ਅਕਤੂਬਰ 1999 ਬਹਿਸ ਹੋਈ ਉਹਦੇ ਅੰਦਰ। ਹੁਣ ਇਹਨਾਂ ਨੇ ਕੀ ਕਰਤਾ, ਇਹਨਾਂ ਨੇ ਕਹਿਤਾ ਜਿੰਨਾ ਮਰਜ਼ੀ ਸਟੋਰ ਕਰ ਲਓ, ਜਿਹੜੀਆਂ ਸੁੱਕੀਆਂ ਚੀਜ਼ਾਂ ਨੇ, ਆਟਾ ਹੈ, ਕਣਕ ਹੈ, ਚੌਲ ਨੇ, ਉਹਦਾ ਭਾਅ 1.5 ਗੁਣਾ ਤੱਕ ਜੇ ਹੋ ਜਾਊਗਾ ਪਿਛਲੇ ਸਾਲ ਨਾਲੋਂ ਤਾਂ ਸਰਕਾਰ ਤੁਹਾਨੂੰ ਕੁਝ ਨਹੀਂ ਕਹਿ ਸਕਦੀ। ਔਰ ਜਿਹੜੀਆਂ ਗਿੱਲੀਆਂ ਵਸਤਾਂ ਨੇ, ਦੁੱਧ ਹੈ, ਫਲ ਨੇ, ਸਬਜ਼ੀਆਂ ਨੇ, ਉਹਦਾ ਜੇ ਪਿਛਲੇ 12 ਮਹੀਨਿਆਂ ਦੀ ਐਵਰੇਜ ਨਾਲੋਂ ਦੁੱਗਣਾ ਹੋ ਜਾਏਗਾ ਤਾਂ ਤੁਹਾਨੂੰ ਕੁਝ ਨਹੀਂ ਕਹਿ ਸਕਦੀ। ਹੁਣ ਆਪਾਂ ਛੋਟੀ ਜਿਹੀ ਉਦਾਹਰਨ ਲਈਏ, ਆਟਾ ਜੇ 30 ਰੁਪਏ ਕਿਲੋ ਹੈ, ਅਗਲੇ ਸਾਲ ਜੇ 45 ਹੋ ਗਿਆ ਕੋਈ ਨਹੀਂ ਬੋਲੇਗਾ, ਉਦੋਂ ਅਗਲੇ ਸਾਲ 67 ਹੋ ਗਿਆ ਕੋਈ ਨਹੀਂ ਬੋਲੇਗਾ, ਉਦੋਂ ਅਗਲੇ ਸਾਲ 100 ਹੋ ਗਿਆ, ਕੋਈ ਸਰਕਾਰ ਐਕਸ਼ਨ ਨਹੀਂ ਲੈ ਸਕਦੀ। ਦੁੱਧ ਹੈ 50 ਰੁਪਏ ਕਿਲੋ ਹੈ, ਅਗਲੇ ਸਾਲ 100 ਰੁਪਏ ਕਿਲੋ ਹੋ ਗਿਆ, ਅਗਲੇ ਸਾਲ 200 ਰੁਪਏ ਕਿਲੋ ਹੋ ਗਿਆ, ਅਗਲੇ ਸਾਲ 400 ਰੁਪਏ ਕਿਲੋ ਹੋ ਗਿਆ, ਸਰਕਾਰ ਦਖਲਅੰਦਾਜ਼ੀ ਨਹੀਂ ਕਰ ਸਕਦੀ। ਸੋ ਲੋਕਾਂ ਦਾ ਪੇਟ ਤਾਂ ਕੱਟੇ ਹੀ ਜਾਣਾ ਹੈ। ਕੋਈ ਚੀਜ਼ ਲੈ ਲਓ, ਫਲ ਲੈ ਲਓ, ਸਬਜ਼ੀਆਂ ਦਾ, ਇੱਕ ਤਾਂ ਇਹ ਹੈ। ਸੋ ਸਾਨੂੰ ਇਹ ਜਿਹੜੇ ਲੋਕ ਐਵੇਂ ਨਹੀਂ ਨਾ ਰਲੇ, ਲੋਕਾਂ ਨੂੰ ਗੱਲ ਸਮਝ ਆ ਗਈ ਵੀ ਇਹ ਸੱਚੀ ਮੁੱਚੀ ਗਿਆ ਤਾਂ। ਹੁਣ ਦੂਜੀ ਗੱਲ ਇਹ ਹੈ ਵੀ ਜਿਹੜੇ ਬਿੱਲ ਨੇ ਇਹ ਕਹੀ ਜਾਣਾ ਵੀ ਇਹ 'ਚ ਨੁਕਸ ਕੀ ਹੈ, ਕਿਸਾਨਾਂ ਨੇ ਬੜਾ ਸਪਸ਼ਟ ਕਰਤਾ। ਪਰ ਮੈਂ ਆ ਸੰਵਿਧਾਨ ਸਾਹਮਣੇ ਪਿਆ ਮੇਰੇ, ਇਹਦਾ ਕੇਂਦਰ ਸਰਕਾਰ ਨੂੰ ਇਹ ਕਾਨੂੰਨ ਬਣਾਉਣ ਦਾ ਅਧਿਕਾਰ ਹੀ ਨਹੀਂ ਹੈ। ਜਿਹੜੀ ਚੀਜ਼ ਦਾ ਤੁਹਾਨੂੰ ਅਧਿਕਾਰ ਨਹੀਂ ਹੈ, ਤੁਸੀਂ ਜਦ ਉਹ ਕਰਦੇ ਹੋ ਤਾਂ ਧੱਕਾ ਹੈ। ਜਦ ਇਹਨਾਂ ਨੂੰ, ਇੱਕ ਮਿੰਟ, ਲੈਟ ਮੀ ਕੰਪਲੀਟ। ਬੋਲੋ। ਇਹ ਪਹਿਲਾਂ ਇਹਨਾਂ ਨੇ ਕਿਹਾ ਜੀ ਅਸੀਂ 33 ਐਂਟਰੀ ਦੇ ਅੰਡਰ ਇਹ ਬਿੱਲ ਬਣਾਏ ਨੇ, ਕਾਨੂੰਨ ਬਣਾਏ ਨੇ, ਸਾਨੂੰ ਅਧਿਕਾਰ ਹੈ। ਠੇਕਾ ਖੇਤੀ ਦੇ ਬਾਰੇ ਉਸੇ ਸਾਂਝੀ ਸੂਚੀ ਦੇ ਵਿੱਚ, ਸਮਰਤੀ ਸੂਚੀ ਜਿਹਨੂੰ ਕਹਿੰਦੇ ਨੇ, 7 ਨੰਬਰ ਮਾਤੇ ਲਿਖਿਆ ਹੈ ਸਾਰੇ ਠੇਕੇ ਦਿੱਤੇ ਜਾ ਸਕਦੇ ਨੇ। ਉਹ ਸੂਚੀ ਦੇ ਅੰਦਰ ਸੂਬਾ ਵੀ ਦੇ ਸਕਦਾ, ਕੇਂਦਰ ਵੀ ਦੇ ਸਕਦਾ ਹੈ, ਸਵਾਏ ਠੇਕਾ ਖੇਤੀ ਦੇ। ਖੇਤੀ ਦੀ ਜ਼ਮੀਨ ਦਾ ਠੇਕਾ ਦਿੱਤਾ, ਉਹ ਰੋਕਤਾ। ਜਿਹੜੀ ਚੀਜ਼ ਉੱਥੇ ਰੋਕਤੀ ਇਹਨਾਂ ਨੇ ਉਹ ਕਰਤੀ। ਤੁਸੀਂ ਕਹੋ ਰਸਤੇ ਜਾਣਾ ਨਹੀਂ, ਉਹ ਕਹਿੰਦੇ ਅਸੀਂ ਜਾਣਾ। ਸੋ ਇਸ ਕਰਕੇ ਸਾਨੂੰ ਬਿਨਾਂ ਦੇ ਉੱਤੇ, ਕਾਨੂੰਨਾਂ ਦੇ ਉੱਤੇ ਪੂਰੀ ਪਤਾ ਹੋਣਾ ਚਾਹੀਦਾ ਹੈ। ਜਦ ਦੂਜੇ ਦੇ ਅਧਿਕਾਰ ਤੇ ਛਾਪਾ ਮਾਰੇਗੀ ਕੋਈ ਸਰਕਾਰ। ਹੁਣ ਇਹਦਾ ਇੰਪੈਕਟ ਛੋਟਾ ਜਿਹਾ ਦੱਸ ਕੇ ਮੈਂ ਖਤਮ ਕਰਾਂਗਾ। ਇੱਥੇ ਸਾਇਲੋ ਆਇਆ ਹਿਮਾਚਲ ਪ੍ਰਦੇਸ਼ ਦੇ ਵਿੱਚ, ਅਡਾਨੀ ਦਾ, ਉਹਨੇ 7 ਰੁਪਏ ਕਿਲੋ ਸੇਬ ਲਿਆ, ਤੀਜੇ ਦਿਨ ਇੱਧਰਲੇ ਗੇਟ ਤੋਂ ਵਾਲਿਆ ਤੇ ਇੱਧਰ ਹੀ ਕੱਢਤਾ 15 ਰੁਪਏ ਕਿਲੋ। ਕਿਉਂਕਿ ਗਰੀਬ ਆਦਮੀ ਜਿਹੜਾ ਇਹ ਕਹਿੰਦਾ ਨਾ ਵੀ ਮੰਡੀਆਂ ਜਾ ਕੇ, ਬਿਹਾਰ ਦੀਆਂ ਸਾਰੀਆਂ ਮੰਡੀਆਂ ਟੁੱਟੀ ਚੁੱਕੀਆਂ, ਖਤਮ ਹੋ ਜਾਂਦੀਆਂ ਹੁੰਦੀਆਂ ਨੇ। ਜਦ ਤੁਸੀਂ ਕਿਸੇ ਨੂੰ, ਮੈਂ ਵਪਾਰ ਵੀ ਕਰਦਾ ਰਿਹਾ, ਜਦ ਤੁਸੀਂ ਕਿਸੇ ਦੂਜੇ ਵਪਾਰੀ ਨੂੰ ਖਦੇੜਨਾ ਨਾ, ਤੁਸੀਂ ਪਹਿਲੇ 200 ਘਾਟਾ ਵੀ ਪਾ ਲੈਂਦੇ ਹੋ। ਜਦੋਂ ਖਦੇੜਿਆ ਗਿਆ ਉਦੋਂ ਫਿਰ ਜੋ ਮਰਜ਼ੀ ਤੁਹਾਡੀ ਖੁੱਲ੍ਹ ਖੇਡ ਹੋਊਗੀ। ਸੋ ਇਹ ਬਿੱਲ ਬਹੁਤ ਜ਼ਿਆਦਾ ਨੁਕਸਾਨਦਾਇਕ ਨੇ, ਇਹ ਦੇਸ਼ ਦੀ ਪ੍ਰਭੂ ਸਭਾ ਲਈ ਖਤਰਾ ਨੇ। ਇੱਕ ਲਾਈਨ ਮੈਂ ਕਹਿ ਕੇ ਖਤਮ ਕਰਾਂਗਾ। ਅਸੀਂ 1974 'ਚ ਇੱਕ ਹੜਤਾਲ ਕਰੀ ਸੀ, ਕਾਂਗਰਸ ਦੀ ਸਰਕਾਰ ਸੀ, ਉਦੋਂ ਸਾਡੀ ਉਹਨੇ ਗੱਲ ਨਹੀਂ ਮੰਨੀ। ਅੱਜ ਪੰਜਾਬ 'ਚ 535 ਪੋਸਟਾਂ ਅੱਜ ਵੀ ਖਾਲੀ ਪਈਆਂ ਨੇ ਸਪੈਸ਼ਲਿਸਟਾਂ ਦੀਆਂ। ਉਹ ਸਪੈਸ਼ਲਿਸਟਾਂ ਬਾਰੇ ਸੀ ਵੀ ਇਹਨਾਂ ਦੀ ਟ੍ਰੇਨਿੰਗ ਦਿਓ। ਇੱਦਾਂ ਹੀ ਜੇ ਬਿੱਲਾਂ ਦੇ ਉੱਤੇ, ਕਾਨੂੰਨਾਂ ਦੇ ਉੱਤੇ ਅੱਜ ਸਰਕਾਰ ਕੇਂਦਰ ਦੀ ਅੜੀ ਰਹੀ, ਤੁਸੀਂ ਦੇਖੋਗੇ ਦੇਸ਼ ਦਾ ਹਾਲ ਕੀ ਹੋ। ਠੀਕ ਹੈ ਕਮਲ ਜੀ ਬਰਾੜ, ਤੁਹਾਡੇ ਤੇ ਬਹੁਤ ਗੰਭੀਰ ਸਵਾਲ ਹੈਗੇ ਆ। ਅਸੈਂਸ਼ੀਅਲ ਕਮੋਡਿਟੀ ਐਕਟ ਦੀ ਡਾਕਟਰ ਗਰਗ ਨੇ ਗੱਲ ਕੀਤੀ ਹੈਗੀ ਹੈ, ਤੁਸੀਂ ਇਹ ਸੁਨੇਹਾ ਪੂਰੇ ਦੇਸ਼ ਵਿੱਚ ਨਹੀਂ ਲਾ ਸਕੇ ਕਿ ਅਸੈਂਸ਼ੀਅਲ ਕਮੋਡਿਟੀ ਐਕਟ ਦਾ ਪ੍ਰਭਾਵ ਕਿੰਨੇ ਪੈਣਾ ਹੈ। ਤੁਸੀਂ ਵਿਰੋਧੀ ਧਿਰ ਹੋਣ ਦੇ ਨਾਤੇ ਦਿੱਲੀ ਦੇ ਬਾਕੀ ਬਾਰਡਰ ਖਾਲੀ ਪਏ ਆ, ਉੱਥੇ ਨਹੀਂ ਜਾ ਕੇ ਬੈਠ ਸਕੇ, ਤੁਸੀਂ ਸਿਰਫ ਕੋਰੀ ਤੇ ਕੋਰੀ ਸਿਆਸਤ ਕਰਦੇ ਪਏ। ਕਮਲ ਜੀ ਬਰਾੜ, ਦੇਖੋ ਜੀ, ਸਿਆਸਤ ਹਰੇਕ ਪਾਰਟੀ ਕਰਦੀ ਹੈ, ਪਰ ਅਸੀਂ ਇਸ ਮੁੱਦੇ ਤੇ ਸਿਆਸਤ ਨਹੀਂ ਕਰ ਰਹੇ। ਸਿਆਸਤ ਕਰਨ ਨੂੰ ਹਜ਼ਾਰਾਂ ਮੁੱਦੇ ਮੋਦੀ ਦੇ ਖਿਲਾਫ, ਹਜ਼ਾਰਾਂ ਮੁੱਦੇ, ਇੱਕ ਨਹੀਂ। ਇੱਕ ਕਿਸਾਨੀ ਸਿਆਸਤ ਦਾ ਮੁੱਦਾ ਨਹੀਂ, ਕਿਸਾਨੀ ਸਾਡੀ ਰੋਜੀ ਰੋਟੀ ਦੀ ਲੜਾਈ ਹੈ। ਇਹ ਮੈਂ ਪਹਿਲਾਂ ਤੁਹਾਡੀ ਗੱਲ ਦਾ ਜਵਾਬ ਬਾਅਦ ਦਿਓ, ਪਹਿਲਾਂ ਮੈਂ ਭਾਜਪਾ ਦੇ ਬੁਲਾਰੇ ਦੀ ਗੱਲ ਦਾ ਜਵਾਬ ਦੇ ਦਿਆਂ। ਇਹ ਕਹਿੰਦੇ ਆ ਕਿ ਕਿਤੇ ਗੋਲੀ ਨਹੀਂ ਚੱਲੀ, ਕਿਤੇ ਡਾਂਗ ਨਹੀਂ ਵੱਜੀ। ਅਜੇ ਮਿਸ਼ਰਾ ਦੇ ਮੁੰਡੇ ਉਹਨਾਂ ਨੇ ਕੀ ਕੀਤਾ ਲਖੀਮਪੁਰ ਦੇ ਵਿੱਚ? ਤੁਹਾਨੂੰ ਐਂਕਰ ਸਾਹਿਬ ਪੁੱਛ ਰਹੇ, KP ਸਾਹਿਬ ਵੀ, ਉਹ ਕਤਲੇਆਮ ਆ ਕਿ ਕੀ ਆ? ਤੁਹਾਡੇ ਤੋਂ ਜਵਾਬ ਨਹੀਂ ਆਇਆ। ਉਹ ਉਸ ਜਗ੍ਹਾ ਤੇ ਮੈਂ ਉਹਦੀ ਅੰਤਮ ਅਰਦਾਸ ਤੇ ਜਾ ਕੇ ਆਇਆ
ਜਿਹੜੇ ਨੌਜਵਾਨ 19 ਸਾਲ ਦੇ ਸ਼ਹੀਦ ਹੋਏ, ਤੁਸੀਂ ਕਹਿੰਦੇ ਹੋਰ ਪਾਸੇ ਨੂੰ ਅੰਦੋਲਨ ਜਾ ਰਿਹਾ, ਉਹ ਕਾਹਦੀ ਲੜਾਈ ਲੜਨਗੇ? ਅਸੀਂ ਸ਼ਾਂਤਮਈ ਉਹ ਵਿਰੋਧ ਕਰ ਰਹੇ ਸੀ, ਉਹਨਾਂ ਦੇ ਉੱਤੇ ਗੱਡੀਆਂ ਚੜਾਤੀਆਂ ਤੁਹਾਡੇ ਭਾਜਪਾ ਦੇ ਕੇਂਦਰ ਦੇ ਮੰਤਰੀ ਦੇ ਮੁੰਡੇ ਨੇ। ਫਿਰ ਤੁਸੀਂ ਕਹਿੰਦੇ ਆ ਭਾਜਪਾ ਨਾਲ ਜੋੜ ਕੇ ਵੇਖੋ, ਭਾਜਪਾ ਦਾ ਨੁਮਾਇੰਦਾ ਨਹੀਂ। ਦੂਜੀ ਗੱਲ, ਇੱਕ ਹੋਰ ਚਿੰਤਤ ਗੱਲ ਹੈ ਕੇਪੀ ਜੀ, ਜਿਹੜੀ ਇਹਨਾਂ ਨੇ ਮਾਮਲੇ ਦੀਆਂ ਜ਼ਮੀਨਾਂ ਤੇ ਵੀ 18% GST ਲਾ ਦਿੱਤੀ ਆ। ਜਿਹੜਾ 1 ਲੱਖ ਪਿੱਛੇ 18,000 ਰੁਪਈਆ ਇਹ ਉਹਦੇ ਚੋਂ ਕੱਟ ਰਹੇ ਆ ਜ਼ਮੀਨਾਂ ਚੋਂ। ਜਿਹੜਾ ਬੰਦਾ ਕਿਸਾਨ ਮਾਮਲੇ ਦੀ ਜ਼ਮੀਨ ਲੈ ਕੇ ਖੇਤੀ ਕਰ ਰਿਹਾ, ਉਹਦੇ ਅਕਾਊਂਟ 'ਚ ਪੈਸੇ ਨਹੀਂ ਆਉਣੇ, ਅਕਾਊਂਟ 'ਚ ਪੈਸੇ ਜਾਣੇ ਆ ਜਿਹੜਾ ਮਾਲਕ ਆ ਜਿਹਦੇ ਨਾਂ ਤੇ ਜ਼ਮੀਨ ਹੈ। ਇਹ ਹਰ ਪਾਸੇ ਤੋਂ ਮਾਰਨ ਦੀ ਕੋਸ਼ਿਸ਼ ਆ ਕਿਸਾਨ ਨੂੰ, ਮਜ਼ਦੂਰ ਨੂੰ, ਵਪਾਰੀ ਨੂੰ। ਇਹ ਜਿਹੜਾ ਹੁਣ ਅੰਦੋਲਨ ਦੇ ਵਿੱਚ ਕਹਿੰਦੇ ਆ ਕਿ ਉਹ ਤਾਂ ਜੀ ਅੰਦੋਲਨ ਕਿਸਾਨਾਂ ਦਾ ਰਿਹਾ ਹੀ ਨਹੀਂ। ਉਹ ਇਹ ਇਤਿਹਾਸ ਦਾ ਪਹਿਲਾ ਅੰਦੋਲਨ ਆ ਜਿਹੜਾ ਸਾਰੇ ਜਾਤਾਂ, ਧਰਮਾਂ, ਵਰਗਾਂ ਦੇ ਲੋਕ ਸ਼ਾਂਤਮਈ ਤਰੀਕੇ ਨਾਲ ਲੜ ਰਹੇ ਆ। ਕਮਲ ਜੀ ਬਰਾੜ, ਮੇਰੇ ਸਵਾਲ ਦਾ ਜਵਾਬ ਦੇ ਦਿਓ। ਐਸੈਂਸ਼ੀਅਲ ਕਮਿਊਨਿਟੀ ਐਕਟ ਬਾਰੇ ਤੁਸੀਂ ਨਹੀਂ ਦੱਸ ਸਕੇ ਵਿਰੋਧੀ ਧਿਰ ਹੋਣ ਦੇ ਨਾਤੇ, ਤੁਸੀਂ ਦਿੱਲੀ ਦੇ ਬਾਕੀ ਬਾਰਡਰ ਤੇ ਜਾ ਕੇ ਨਹੀਂ ਬੈਠ ਸਕੇ, ਤੁਸੀਂ ਹੁਣ ਤੱਕ ਕੀਤਾ ਕੀ ਹੈ ਸਰ? ਉਹ ਤਾਂ ਮੈਨੂੰ ਦੱਸੋ ਨਾ। ਕਿਉਂ ਨਹੀਂ ਦੱਸ ਸਕੇ? ਜੇ ਸਾਡੀ ਸਭ ਤੋਂ ਵੱਡੀ ਲੀਡਰ ਪ੍ਰਿਯੰਕਾ ਗਾਂਧੀ ਜੇ ਯੂਪੀ ਦੇ ਵਿੱਚ ਗਈ, ਜੇ ਉਹਨੂੰ ਹਿਰਾਸਤ 'ਚ ਲਿਆ, ਜੇ ਉਹ ਲਖੀਮਪੁਰ ਗਈ, ਤੇ ਤਾਂ ਇਹਨਾਂ ਦੇ ਅਜੇ ਮਿਸ਼ਰਾ ਦੇ ਮੁੰਡੇ ਦੇ ਪਰਚਾ ਦਰਜ, ਇਹਨਾਂ ਤਾਂ 5 ਦਿਨ ਪਰਚਾ ਹੀ ਨਹੀਂ ਦਰਜ ਕੀਤਾ। ਉਸ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਪੰਜਾਬ ਤੋਂ ਆਪਦਾ MLA ਸਾਹਿਬਾਨ, ਮੰਤਰੀ ਸਾਹਿਬਾਨਾਂ ਨੂੰ ਲੈ ਕੇ, ਲੋਕਾਂ ਨੂੰ ਲੈ ਕੇ ਉੱਥੇ ਜਾ ਕੇ ਬੈਠੇ, ਤਾਂ ਜਾ ਕੇ ਉਹਦੀ ਅਗਲੇ ਦਿਨ ਬਾਤ ਨੂੰ ਹਜੇ ਵੀ ਉਹਦੇ ਤੋਂ ਲਾਇਆ ਨਹੀਂ। ਉਹਦੇ ਨੂੰ ਕੀ ਨਹੀਂ ਕੀਤਾ? ਅਸੀਂ ਸਭ ਕੁਝ ਕਿਸਾਨਾਂ ਦੀ ਤੁਸੀਂ ਇੱਕ ਕਹਿ ਦੇਣਾ, ਇੱਕ ਗੱਲ ਕਹਿਣੀ ਬੜੀ ਆਸਾਨ ਹੁੰਦੀ ਹੈ, ਕੁਛ ਕਰ ਨਹੀਂ ਰਹੇ। ਨਹੀਂ ਤੁਸੀਂ ਇੱਕ ਮਿੰਟ ਪਲੀਜ਼ ਕਮਲ ਜੀ ਬਰਾੜ ਮੇਰਾ ਸਵਾਲ ਤਾਂ ਲੈ ਲਓ ਨਾ। ਕਮਲ ਜੀ ਬਰਾੜ ਅੱਜ ਵੀ ਕਮਲ ਜੀ ਬਰਾੜ ਮੇਰਾ ਸਵਾਲ ਤਾਂ ਲੈ ਲਓ ਨਾ। ਸਰਬ ਪਾਰਟੀ ਵਫਦ ਲੈ ਕੇ ਤੁਸੀਂ ਪ੍ਰਧਾਨ ਮੰਤਰੀ ਨੂੰ ਮਿਲ ਸਕੇ ਹੋ ਅੱਜ ਤੱਕ ਇਸ ਮੁੱਦੇ ਤੇ? ਮਿਲੇ ਹੋ? ਕਦੇ ਡਿਮਾਂਡ ਕੀਤੀ ਤੁਸੀਂ? ਸਰ ਸੁਣੋ ਸਰਬ ਪਾਰਟੀ ਵਫਦ ਦੀ ਗੱਲ ਛੱਡ ਦਿਓ। ਕਿਸਾਨਾਂ ਨੇ 11 ਮੀਟਿੰਗਾਂ ਕੀਤੀਆਂ, ਕੀ ਹੱਲ ਨਿਕਲਿਆ? ਇਹ ਕਿਸਾਨਾਂ ਦੀ ਲੜਾਈ ਹੈ। ਨਹੀਂ, ਜੇ ਉਹਨਾਂ ਦਾ ਮਸਲਾ ਹੱਲ ਨਹੀਂ ਹੋਇਆ ਤੁਸੀਂ ਕੀ ਕੀਤਾ? ਮੇਰਾ ਸਵਾਲ ਤਾਂ ਇਹ ਹੈ, ਤੁਸੀਂ ਕੀ ਕੀਤਾ? ਉਹਨਾਂ ਦਾ ਮਸਲਾ ਨਹੀਂ ਹੱਲ ਹੋਇਆ ਤਾਂ ਦੇਖੋ, ਰਾਜਨੀਤਿਕ ਪਾਰਟੀਆਂ ਨੂੰ ਕਿਸਾਨ ਅੰਦੋਲਨ ਦੇ ਵਿੱਚ ਜਾਣ ਦੀ ਆਗਿਆ ਨਹੀਂ। ਅਸੀਂ ਆਪ ਦੇ ਲੈਵਲ ਤੇ ਸਰ ਪ੍ਰਧਾਨ ਮੰਤਰੀ ਕੋਲੇ ਜਾਣ ਨੂੰ ਤਾਂ ਨਹੀਂ ਰੋਕਦੇ ਪਏ ਕਿਸਾਨ ਤੁਹਾਨੂੰ, ਕਿ ਰੋਕਦੇ ਪਏ ਆ ਬਰਾੜ ਸਾਹਿਬ? ਪ੍ਰਧਾਨ ਮੰਤਰੀ ਕੋਲ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਗਏ, ਸੁਣੋ। ਉਸ ਤੋਂ ਬਾਅਦ ਹੁਣ ਚੰਨੀ ਜੀ ਵੀ ਜਾ ਕੇ ਆਏ ਆ, ਇਹ ਗੱਲ ਕਰਕੇ ਆਏ ਆ ਕਿ ਕਿਸਾਨਾਂ ਦਾ ਮੁੱਦਾ ਜਲਦੀ ਹੱਲ ਕਰੋ, ਕਿਸਾਨਾਂ ਨੂੰ ਘਰਾਂ ਨੂੰ ਭੇਜੋ। ਚਲੋ 800 ਲਾਸ਼ਾਂ ਕਿਸਾਨਾਂ ਦੀਆਂ ਘਰਾਂ ਨੂੰ ਆ ਗਈਆਂ, ਕਿਸਾਨ ਘਰਾਂ ਨੂੰ ਵਾਪਸ ਨਹੀਂ ਆਇਆ। ਠੀਕ ਹੈ। ਹਾਂ ਕੁਲਦੀਪ ਧਾਲੀਵਾਲ, ਮੈਂ ਆ ਰਿਹਾ, ਗੁਰਮੀਤ ਮੈਮ ਆ ਰਿਹਾ। ਹਾਂ ਕੁਲਦੀਪ ਧਾਲੀਵਾਲ, ਕੀ ਕਹਿਣਾ ਚਾਹ ਰਹੇ ਹੋ? ਬੋਲੋ। ਇਹ ਦੇਖੋ, ਮੈਂ ਬਰਾੜ ਸਾਹਿਬ ਦੀ ਮੈਨੂੰ ਇੱਕ ਗੱਲ ਤੇ ਸਿਰਫ ਉੱਤੇ ਇਤਰਾਜ਼ ਸੀ ਜਿਹੜਾ ਦੁਬਾਰਾ ਇਹਨਾਂ ਨੇ ਫੇਰ ਮੁੱਦਾ ਉਠਾਇਆ। ਇੱਕ ਤਾਂ ਮੈਂ ਗਰਗ ਸਾਹਿਬ ਨੇ ਜਿਹੜੀ ਗੱਲ ਰੱਖੀ ਉਹ ਸਪਸ਼ਟ ਹੋ ਗਈ ਹੁਣ ਤੁਹਾਡੇ ਸਾਰੇ ਦਰਸ਼ਕਾਂ ਦੇ ਸਾਹਮਣੇ। ਤੁਸੀਂ ਮੰਨ ਗਏ ਹੋ ਤੁਸੀਂ ਨਵਰੀਤ ਡਿਬਡਿਬਾ ਟਰੈਕਟਰ ਤੋਂ ਡਿੱਗ ਕੇ ਨਹੀਂ ਮਰਿਆ, ਮੰਨ ਗਏ ਹੋ ਕੁਲਦੀਪ ਧਾਲੀਵਾਲ? ਐਗਰੀ ਕਰਦੇ ਹੋ? ਮੇਰੀ ਗੱਲ ਸੁਣੋ ਨਾ, ਹੁਣ ਉਹ ਗਰਗ ਸਾਹਿਬ ਦੀ ਗੱਲ ਹੀ ਸੁਣ ਲਓ। ਉਹ ਰਿਪੋਰਟ ਇਹੀ ਕਹਿੰਦੀ ਉਹ ਟਰੈਕਟਰ ਤੋਂ ਤੁਹਾਡੇ ਇਤਰਾਜ਼ ਹੋ ਸਕਦੇ ਆ। ਬਰਾੜ ਸਾਹਿਬ ਵਿਰੋਧੀ ਪਾਰਟੀ ਦੇ ਹੋਣ ਦੇ ਨੇਤਾ ਹੋਣ ਦੇ ਨਾਤੇ ਇਤਰਾਜ਼ ਕਰ ਸਕਦੇ ਆ, ਗਰਗ ਸਾਹਿਬ ਐਕਟਿਵਿਸਟ ਹੋਣ ਦੇ ਨਾਤੇ ਇਤਰਾਜ਼ ਕਰ ਸਕਦੇ ਆ, ਆਪਣੇ ਮਹਿਮਾ ਸਾਹਿਬ ਵੀ ਇਤਰਾਜ਼ ਕਰ ਸਕਦੇ ਆ, ਪਰ ਜਿਹੜੀ ਰਿਪੋਰਟ ਹੈ ਉਹ ਟਰੈਕਟਰ ਤੋਂ ਡਿੱਗ ਕੇ ਦੀ ਹੈ। ਇਸ ਕਰਕੇ ਆਪਾਂ ਆਪਦਾ ਇਤਰਾਜ਼ ਲਾ ਸਕਦੇ ਆ, ਕਿਸੇ ਤੇ ਇਹ ਨਹੀਂ ਕਹਿ ਸਕਦੇ ਕਿ ਇਹ ਗੱਲ ਘਟਨਾ ਏਦਾਂ ਵਾਪਰੀ। ਜਦੋਂ ਨਾਲ ਮੌਕੇ ਦੇ ਅਫਸਰਾਂ ਨੇ ਜੋ ਪਾਇਆ, ਉਹਦੀ ਮੌਤ ਗੋਲੀ ਨਾਲ ਨਹੀਂ ਹੋਈ, ਕੋਈ ਗੋਲੀ ਨਹੀਂ ਚੱਲੀ, ਕੋਈ ਲਾਠੀ ਨਹੀਂ ਚੱਲੀ 26 ਜਨਵਰੀ ਨੂੰ। ਔਰ ਇਹ ਗੱਲ ਸਾਫ਼ ਹੈ। ਚਲੋ ਮੌਕੇ ਦਾ ਗਵਾਹ ਹਾਜ਼ਰ ਆ। ਬਰਾੜ ਸਾਹਿਬ ਤੁਸੀਂ ਤਾਂ ਬਹੁਤ ਥਾਵਾਂ ਤੇ ਗਵਾਹ ਹੋ। ਚਲੋ ਠੀਕ ਹੈ ਕੁਲਦੀਪ ਧਾਲੀਵਾਲ, ਇੱਕ ਮਿੰਟ ਕਮਲ ਜੀ ਬਰਾੜ ਰੁਕ ਜਾਓ, ਛੋਟੇ ਪਲੀਜ਼ ਛੋਟੇ ਸੀ ਆਪਾਂ 83 ਵੇਲੇ। ਇੱਕ ਮਿੰਟ ਕੁਲਦੀਪ ਧਾਲੀਵਾਲ, ਹਾਂ ਕੁਲਦੀਪ ਧਾਲੀਵਾਲ ਰੁਕ ਜਾਓ ਕਮਲ ਜੀ ਬਰਾੜ ਰੁਕ ਜਾਓ ਪਲੀਜ਼। ਵੀਡੀਓ ਸੁਣੀ ਹੈ ਜਿਹੜੀ ਤੁਸੀਂ ਕਹਿੰਦੇ ਆਰਐਸਐਸ ਨੇ ਕਰਾਤੀ ਸੀ। ਇੱਕ ਮਿੰਟ ਕੁਲਦੀਪ ਧਾਲੀਵਾਲ ਪਲੀਜ਼, ਕਮਲ ਜੀ ਬਰਾੜ ਪਲੀਜ਼ ਰੁਕ ਜਾਓ ਇੱਕ ਮਿੰਟ ਗਰਮੀਤ ਮੈਮ, ਹਾਂ ਗਰਮੀਤ ਮੈਮ ਬੋਲੋ ਇੱਕ ਮਿੰਟ ਪਲੀਜ਼। ਕਮਲ ਜੀ ਬਰਾੜ ਇੱਕ ਮਿੰਟ ਪਲੀਜ਼। ਕੁਲਦੀਪ ਧਾਲੀਵਾਲ, ਇਹ ਇੰਦਰਾ ਗਾਂਧੀ ਡਿਬੇਟ ਨਹੀਂ ਹੈਗੀ, ਪਲੀਜ਼। ਹਾਂ ਗਰਮੀਤ ਮੈਮ ਬੋਲੋ ਫਟਾਫਟ। ਵੇਖੋ ਜੀ, 3 ਕੁ ਗੱਲਾਂ ਮੈਂ ਕਰਨੀਆਂ ਨੇ। ਬੋਲੋ। ਇੱਕ ਤੇ ਇਹ ਕਿ ਧਾਰੀਵਾਲ ਸਾਹਿਬ ਬੋਲ ਰਹੇ ਨੇ ਕਿ ਇਹ ਏਜੰਡਾ ਇਹਨੂੰ ਫੋਕਸ ਨਹੀਂ ਰੱਖ ਸਕੇ, ਅੰਦੋਲਨ ਕਿਸਾਨੀ ਬਿੱਲਾਂ ਤੇ ਨਹੀਂ ਰਿਹਾ, ਪਰ ਮੈਨੂੰ ਲੱਗਦਾ ਇਹਨਾਂ ਨੂੰ ਭੁਲੇਖਾ ਹੈ ਕਿ 11 ਮੀਟਿੰਗਾਂ ਦੇ ਹੋਈਆਂ ਨੇ ਔਰ ਦੂਜੀ ਮੀਟਿੰਗ ਦੇ ਵਿੱਚ ਇਹ ਲੈ ਕੇ ਆ ਗਏ ਸੀ ਕਿ ਅਸੀਂ ਉਹਦੇ 'ਚ ਸੋਧ ਕਰ ਦਿੰਨੇ ਆ। ਜੇ ਬਿੱਲ ਸਹੀ ਜੇ ਫਿਰ ਸੋਧ ਕਿਉਂ ਕਰਦੇ ਆ? ਤੀਜੀ ਗੱਲ ਜਿਹੜੀ ਨਾਲ ਹੀ ਕਿ ਚੌਥੀ ਪੰਜਵੀਂ ਮੀਟਿੰਗ 'ਚ ਆ ਗਿਆ ਸੀ ਕਿ ਅਸੀਂ 2 ਸਾਲ ਲਈ ਜਾਂ 2.5 ਸਾਲ ਲਈ ਹੋਲਡ ਕਰ ਦਿੰਨੇ ਆ, ਔਰ ਸੁਪਰੀਮ ਕੋਰਟ ਨੇ ਵੀ ਇਹਦੇ ਤੇ ਹੋਲਡ ਕੀਤੇ ਹੋਏ ਆ, ਰੋਕ ਲਾਈ ਹੋਈ ਆ। ਇਹਦੇ ਬਾਰੇ ਬੋਲਣ ਵੀ ਕਿਉਂ ਲਾਈ ਹੋਈ ਏ? ਤੀਜੀ ਗੱਲ, ਚੌਥੀ ਗੱਲ,
ਕਿ ਪੂਰੇ ਦੇਸ਼ ਦੇ ਵਿੱਚ ਅੱਜ ਵੀ ਅੰਦੋਲਨ ਹੋਇਆ ਹੈ ਔਰ ਲਗਾਤਾਰ ਪੂਰੇ ਦੇਸ਼ ਦੇ ਵਿੱਚ ਅੰਦੋਲਨ ਹੋ ਰਿਹਾ ਹੈ। ਜਿਹੜਾ ਵੀ ਐਸਕੇਐਮ ਸੱਦਾ ਦਿੰਦਾ ਹੈ ਉਹ ਪੂਰੇ ਭਾਰਤ ਦੇ ਵਿੱਚ ਲੋਕ ਆਪ ਮੁਹਾਰੇ ਸ਼ਾਮਲ ਹੁੰਦੇ ਨੇ। ਜੇ ਭਾਰਤ ਬੰਦ ਦਾ ਸੱਦਾ ਦਿੱਤਾ ਹੈ ਤਾਂ ਪੂਰੇ ਭਾਰਤ ਦੇ ਵਿੱਚ ਕਿਤੇ ਵੀ ਕੋਈ ਦੁਕਾਨ ਨਹੀਂ ਖੁੱਲੀ, ਸੜਕਾਂ ਬੰਦ, ਸਾਰਾ ਕੁਝ ਬੰਦ, ਸਾਰਾ ਦੇਸ਼ ਅੰਦੋਲਨ ਦੇ ਵਿੱਚ। ਤਾਂ ਇਹ ਕਹਿੰਦੇ ਵੀ ਇਹ ਇਕੱਲਾ ਕਿਸਾਨਾਂ ਦਾ ਅੰਦੋਲਨ ਨਹੀਂ ਰਿਹਾ। ਇਹ ਬੋਲ ਤੀਜੀ ਗੱਲ ਜਿਹੜੀ ਇੱਕ ਮੈਂ ਹੋਰ ਕਰਨੀ ਹੈ ਉਹ ਇਹ ਆ ਕਿ ਸਾਡੀ ਤਰਾਸਦੀ ਹੈ ਜਿਹੜੇ ਇੱਧਰ ਬੈਠੇ ਨੇ ਸਾਡੇ ਭਾਈ ਸਾਹਿਬ ਨੀਲੀ ਪੱਗ ਵਾਲੇ ਕਾਂਗਰਸ ਦੇ ਨੁਮਾਇੰਦੇ, ਕਿ ਸਾਨੂੰ ਇਹ ਕਹਿਣਾ ਪੈ ਰਿਹਾ ਹੈ ਕਿ ਸਾਡੇ ਭਾਰਤ ਦੇ ਵਿੱਚੋਂ ਜਿਹੜੀ ਵਿਰੋਧੀ ਧਿਰ ਹੁੰਦੀ ਹੈ ਉਹ ਹੈ ਨਹੀਂ ਇਸ ਟਾਈਮ। ਵਿਰੋਧੀ ਧਿਰ ਨੇ ਆਪਦਾ ਕੋਈ ਰੋਲ ਨਹੀਂ ਨਿਭਾਇਆ। ਜੇ ਉਹਨਾਂ ਕੋਲੇ 303 MP ਨੇ ਤਾਂ ਇਹਨਾਂ ਕੋਲੇ ਵੀ ਤਾਂ ਬਾਕੀ ਜਿਹੜੀ ਵਿਰੋਧੀ ਧਿਰ ਹੈਗੀ ਉਹ ਕਿਤੇ ਦਿਸਦੀ ਹੋਈ ਨਹੀਂ, ਕਿਤੇ ਉਹਨਾਂ ਵਿਰੋਧ ਹੀ ਨਹੀਂ ਕੀਤਾ। ਔਰ ਅਗਲੀ ਇੱਕ ਗੱਲ ਜਿਹੜੀ ਰਹਿ ਗਈ, ਜਿਹੜੇ ਕਮਲ ਧਾਰੀਵਾਲ ਸਾਹਿਬ ਬੋਲ ਰਹੇ ਨੇ ਕਿ ਉਹ ਨੁਮਾਇੰਦਾ ਨਹੀਂਗਾ ਸਾਡਾ। ਵੇਖੋ ਜੀ 25 ਨਵੰਬਰ ਨੂੰ ਅਜੇ ਮਿਸ਼ਰਾ ਟੈਣੀ ਉੱਥੇ ਮੀਟਿੰਗ ਕਰਦਾ, ਇੱਕ ਮਹਾਸਭਾ ਕਰਦਾ, ਜਿਹਦੇ ਵਿੱਚ ਉਹ ਪਲੈਨਿੰਗ ਕਰਦਾ ਹੈ ਕਿ ਮੈਂ MP ਤੋਂ ਪਹਿਲਾਂ MLA ਸੀ ਤੇ MLA ਤੋਂ ਪਹਿਲਾਂ ਮੈਂ ਕੁਝ ਹੋਰ ਵੀ ਸੀ। ਉਹਦੇ ਬਾਰੇ ਦੱਸਦੇ ਨੇ ਵੀ ਉਹ ਕੀ ਸੀ। ਉਹ ਨਸ਼ੇ ਦੀ ਤਸਕਰੀ ਕਰਦਾ, ਉਹ ਹਥਿਆਰਾਂ ਦੀ ਤਸਕਰੀ ਕਰਦਾ, ਉਹ ਹੋਰ ਤਸਕਰੀਆਂ ਕਰਦਾ। ਹਾਲੇ ਤੱਕ ਵੀ ਉਹਦੇ ਤੇ 120B ਦਾ ਸਾਰੀ ਪਲੈਨਿੰਗ ਬਣਾਉਣ ਦਾ, ਕਿਸਾਨਾਂ ਨੂੰ ਡਰਨ ਦਾ ਪਰਚਾ ਦਰਜ ਆ। ਤੇ ਅਜੇ ਤੱਕ ਵੀ ਅੱਜ ਸਾਡੀ ਮੰਗ ਸੀ ਕਿ ਉਹਨੂੰ ਉੱਥੋਂ ਬਰਖਾਸਤ ਕੀਤਾ ਜਾਵੇ। ਅਜੇ ਤੱਕ ਵੀ ਉਹ ਗ੍ਰਹਿ ਰਾਜ ਮੰਤਰੀ ਦਾ ਜਿਹੜਾ ਕੇਂਦਰ ਦਾ ਅਹੁਦਾ ਹੈ ਉਹਦੇ ਉੱਤੇ ਮੌਜੂਦ ਹੈ ਅਜੇ ਮਿਸ਼ਰਾ ਟੈਣੀ। ਠੀਕ ਇੱਕ ਛੋਟਾ ਬ੍ਰੇਕ ਲਵਾਂਗਾ, ਹੋਰ ਬ੍ਰੇਕ ਤੋਂ ਬਾਅਦ ਵਾਪਸ ਆਵਾਂਗੇ। ਆਖਰੀ ਹਿੱਸੇ ਵਿੱਚ ਅਸੀਂ ਹੋਵਾਂਗੇ 26 ਵਾਲੇ ਮੁਜ਼ਾਹਰਿਆਂ ਦਾ ਦੌਰ ਕਦੋਂ ਤੱਕ ਚੱਲੇਗਾ। ਤੇ 11ਵੀਂ 26 ਹੈ, ਮੈਂ ਵਾਰ-ਵਾਰ ਤੁਹਾਨੂੰ ਦੱਸ ਰਿਹਾ। ਤੇ 11ਵੀਂ 26 ਤੋਂ ਬਾਅਦ ਇਹ ਅੰਦੋਲਨ ਖਤਮ ਹੋ ਸਕੇਗਾ ਜਾਂ ਨਹੀਂ ਖਤਮ ਹੋ ਸਕੇਗਾ। ਅਗਲੇ ਆਉਣ ਵਾਲੇ ਜਿਹੜੇ ਤਿਉਹਾਰ ਹੈ ਉਹ ਕਿਸਾਨ ਆਪਦੇ ਘਰੇ ਮਨਾਉਣਗੇ ਕਿ ਨਹੀਂ ਮਨਾਉਣਗੇ। ਜਿਹੜੇ ਲੋਕ ਉੱਥੇ ਬੈਠੇ ਆ ਕਿਸਾਨਾਂ ਦੀ ਹਮਾਇਤ ਵਿੱਚ, ਉਹ ਆਪਦੇ ਘਰੇ ਇਹ ਤਿਉਹਾਰ ਮਨਾ ਸਕਦੇ ਕਿ ਨਹੀਂ ਮਨਾ ਸਕਦੇ। ਬਹੁਤ ਸਾਰੇ ਸਵਾਲ ਹੈਗੇ ਆ। ਸਵਾਲਾਂ ਦੇ ਨਾਲ ਪੈਟਰੋਲ ਡੀਜ਼ਲ ਵਾਲਾ ਸਵਾਲ ਵੀ ਹੈਗਾ। ਡੀਜ਼ਲ ਦੀ ਵਧੇਰੇ ਖਪਤ ਹੈ ਜਿਹੜੀ ਉਹ ਕਿਸਾਨ ਆਪਦੀ ਖੇਤੀ ਲਈ ਕਰਦੇ ਆ, ਉਹਨਾਂ 'ਤੇ ਸਵਾਲ ਹੈਗੇ ਆ। ਅਤੇ ਉਹਨਾਂ 'ਤੇ ਵਿਰੋਧੀ ਧਿਰਾਂ ਕੀ ਬੋਲਦੀਆਂ ਪਈਆਂ, ਉਹਨਾਂ 'ਤੇ ਆਮ ਲੋਕ ਕੀ ਬੋਲਦੇ ਪਏ ਆ ਕਿ ਉਹਨਾਂ ਲੋਕਾਂ ਦਾ ਦਰਦ ਆ ਜਿਹੜਾ, ਜਾਂ ਉਹ ਮਹਿੰਗਾਈ ਵਾਲਾ ਬੋਝ ਆ ਜਿਹੜਾ, ਉਸ ਦੀ ਮੀਡੀਆ ਚਰਚਾ ਕਰਦਾ। ਸਵਾਲ ਸਾਡੇ 'ਤੇ ਵੀ ਹੈ। ਵਾਪਸ ਆ ਰਿਹਾ ਇੱਕ ਵਾਰ ਫਿਰ ਤੁਹਾਡਾ ਸਵਾਗਤ ਕਰਦੇ ਹਾਂ। ਵੱਡਾ ਸਵਾਲ ਅਸੀਂ ਇਹ ਪੁੱਛਦੇ ਹਾਂ, ਦਿੱਲੀ ਬਾਰਡਰ 'ਤੇ 11 ਮਹੀਨੇ ਤੋਂ ਬੈਠੇ ਕਿਸਾਨਾਂ ਜ਼ਰੀਏ ਕਿਹੜਾ ਟਾਰਗੇਟ ਸੈੱਟ ਕਰ ਰਹੀ ਹੈ ਸਿਆਸਤ। ਕੁਲਦੀਪ ਧਾਲੀਵਾਲ, ਇੱਕ ਸਵਾਲ ਤੁਹਾਨੂੰ ਬੜਾ ਸਧਾਰਨ ਮੈਂ ਕਰਨਾ ਕਿ ਕੇਂਦਰੀ ਗ੍ਰਹਿ ਰਾਜ ਮੰਤਰੀ ਦਾ ਨਾਮ ਪਰਚੇ ਵਿੱਚ ਸ਼ਾਮਲ ਹੈ ਜਾਂ ਨਹੀਂ। ਕੁਲਦੀਪ ਧਾਲੀਵਾਲ, ਦੇਖੋ ਪਹਿਲੇ ਦਿਨ ਹੀ ਜਿਹੜਾ ਇਹ ਸੰਗੀਨ ਧਾਰਾਵਾਂ ਤੇ ਦੋਸ਼ੀਆਂ ਦੇ ਵਿਰੁੱਧ ਪਰਚਾ ਦਰਜ ਹੋ ਗਿਆ ਸੀ। ਜਿਵੇਂ ਬਰਾੜ ਸਾਹਿਬ ਨੇ ਗੱਲ ਰੱਖੀ ਹੈ ਨਾ, ਮੈਂ ਇਸ ਗੱਲ ਨਾਲ ਇਤਫਾਕ ਨਹੀਂ ਕਰਦਾ। ਉਦੋਂ ਬਾਅਦ ਪ੍ਰਿਯੰਕਾ ਜੀ ਬਾਅਦ ਚ ਗਏ ਆ, ਪਰਚਾ ਦਰਜ ਹੋ ਚੁੱਕਿਆ ਸੀ। ਇੱਕ ਮਿੰਟ ਧਾਲੀਵਾਲ ਸਾਹਿਬ, ਮੈਂ ਸਵਾਲ ਹੋਰ ਕੀਤਾ ਹੈ ਧਾਲੀਵਾਲ ਸਾਹਿਬ। ਮੈਂ ਕਮਲ ਜੀ ਬਰਾੜ ਸਰ, ਕਮਲ ਜੀ ਬਰਾੜ ਥੋੜੀ ਡਿਕਟੇਟ ਕਰਨਗੇ ਮੈਨੂੰ ਸਰ। ਇੱਕ ਮਿੰਟ ਕੁਲਦੀਪ ਧਾਲੀਵਾਲ, ਕਮਲ ਜੀ ਇੱਕ ਮਿੰਟ ਕੁਲਦੀਪ ਧਾਲੀਵਾਲ ਪਲੀਜ਼ ਸਰ, ਸੁਣ ਤਾਂ ਲਓ ਨਾ। ਕਮਲ ਜੀ ਬਰਾੜ ਥੋੜੀ ਮੈਨੂੰ ਡਿਕਟੇਟ ਕਰਨਗੇ ਸਰ। ਇੱਕ ਮਿੰਟ ਸਰ ਸੁਣ ਲਓ ਨਾ ਕੁਲਦੀਪ ਧਾਲੀਵਾਲ, ਇੱਕ ਮਿੰਟ ਪਲੀਜ਼ ਸਰ। ਕੁਲਦੀਪ ਧਾਲੀਵਾਲ, ਗੁਰਮੀਤ ਮਹਿਮਾ ਦਾ ਤੁਸੀਂ ਜਵਾਬ ਦੇ ਰਹੇ ਹੋ ਸਰ। ਮੈਂ ਤਾਂ ਇੱਕ ਸਧਾਰਨ ਸਵਾਲ ਕਰ ਰਿਹਾ ਕਿ ਕੇਂਦਰੀ ਗ੍ਰਹਿ ਰਾਜ ਮੰਤਰੀ ਦਾ ਨਾਮ ਪਰਚੇ ਵਿੱਚ ਸ਼ਾਮਲ ਹੈ। ਕੁਲਦੀਪ ਧਾਲੀਵਾਲ, ਮੈਂ ਉਸੇ ਗੱਲ ਦਾ ਜਵਾਬ ਦੇ ਰਿਹਾ ਨਾ ਕਿ ਦੋਸ਼ੀਆਂ ਦੇ ਵਿਰੁੱਧ ਉਹ ਸੰਗੀਨ ਧਾਰਾਵਾਂ ਦੇ ਵਿੱਚ 302 ਦੇ ਤਹਿਤ ਪਰਚਾ ਦਰਜ ਹੋ ਗਿਆ ਸੀ। ਸਿਰਫ ਗ੍ਰਿਫਤਾਰੀ ਦੀ ਮੰਗ ਨੂੰ ਲੈ ਕੇ ਉਹ ਸਮਝੌਤਾ ਕਰਿਆ ਸੀ। ਮਹਿਮਾ ਸਾਹਿਬ ਚਲੇ ਗਏ, ਮੈਂ ਉਹਨਾਂ ਨੂੰ ਪੁੱਛਣਾ ਚਾਹੁੰਦਾ ਸੀ ਉਹ ਕਿਹੜੇ ਬੰਦੇ ਨਾਲ ਬੈਠ ਕੇ ਸਮਝੌਤਾ ਕਰਕੇ ਆਈ ਹੈ ਕਿਸਾਨ ਯੂਨੀਅਨ। ਅੱਛਾ, ਜਦੋਂ ਸਮਝੌਤਾ ਹੀ ਕਰਿਆ ਹੈ ਟਕੈਤ ਸਾਹਿਬ, ਸਾਰੀ ਗੱਲਬਾਤ ਇਹਨਾਂ ਦੀ ਹੋ ਗਈ, ਪਰਚਾ ਦਰਜ ਹੋ ਗਿਆ, ਫਿਰ ਇਸ ਗੱਲ ਦਾ ਮੁੱਦਾ ਉਠਾਉਣਾ ਇਹ ਵੈਸੇ ਹੀ ਜਿਹੜਾ ਹੈਗਾ ਸ਼ਰਮਨਾਕ ਗੱਲ ਹੈ। ਚਲੋ ਠੀਕ, ਇਸ ਗੱਲ ਨੂੰ ਲੈ ਕੇ ਠੀਕ ਮੀਡੀਆ ਤੇ ਲੈ ਕੇ ਆਉਣਾ ਹੀ ਗਲਤ ਹੈ। ਠੀਕ ਕੁਲਦੀਪ ਧਾਲੀਵਾਲ। ਗੁਰਮੀਤ ਮੈਮ, ਮੇਰੀ ਆਵਾਜ਼ ਆ ਰਹੀ ਹੈ? ਆ ਰਹੀ ਹੈ ਜੀ, ਤੁਹਾਡੀ ਆਵਾਜ਼ ਆ ਰਹੀ, ਮੇਰੀ ਆ ਰਹੀ ਤੁਹਾਨੂੰ? ਹਾਂ ਗੁਰਮੀਤ ਮੈਮ ਆ ਰਹੀ। ਗੁਰਮੀਤ ਮੈਮ, ਕੁਲਦੀਪ ਧਾਲੀਵਾਲ ਕਹਿ ਰਹੇ ਆ ਤੁਹਾਡੇ ਕਿਸਾਨ ਯੂਨੀਅਨ ਦੇ ਆਗੂ ਸਮਝੌਤਾ ਕਰਿਆ ਹੈ ਉੱਥੇ ਜਾ ਕੇ। ਵੇਖੋ ਜੀ, ਅਸੀਂ ਮੰਗਾਂ ਰੱਖੀਆਂ ਨੇ ਕਿ ਸਾਡੀਆਂ ਆਹ ਮੰਗਾਂ ਨੇ, ਉਹਦੇ ਤੇ ਜਿਹੜੀਆਂ ਮੰਗਾਂ ਅਜੇ ਸਾਡੀਆਂ ਉਵੇਂ ਖੜੀਆਂ ਨੇ। ਉਹ ਮੰਗਾਂ ਸਰਕਾਰ ਦੇ ਕੋਲੇ ਰੱਖਣੀਆਂ ਸੀ, ਉਹ ਸਮਝੌਤਾ ਨਹੀਂਗਾ। ਉਹ ਸਾਡੀਆਂ ਅਸੀਂ ਮੰਗਾਂ ਰੱਖੀਆਂ ਨੇ ਸਰਕਾਰ ਕੋਲੇ, ਜਿਹਦੇ 'ਚ ਉਹ ਪਰਚਾ ਕੱਟਿਆ ਗਿਆ, FIR ਕੱਟੀ ਗਈ। ਅਜੇ ਮਿਸ਼ਰਾ ਟੈਣੀ ਦੇ ਉੱਤੇ FIR ਦਰਜ ਹੈ ਔਰ ਉਹਦਾ ਮੁੰਡਾ ਗ੍ਰਿਫਤਾਰ ਹੈ। ਹੋਰ ਵੀ ਜਿਹੜੇ ਨੇ ਉਹ ਜਿਹੜੇ ਗ੍ਰਿਫਤਾਰ ਕੀਤੇ ਜਾਣੇ ਹਾਲੇ ਬਾਕੀ ਨੇ। ਠੀਕ ਹੈ। ਕੇਂਦਰੀ ਗ੍ਰਹਿ ਰਾਜ ਮੰਤਰੀ ਦੇ ਮੁੱਦੇ ਤੇ ਤੁਸੀਂ ਕੋਈ ਸਮਝੌਤਾ ਕੀਤਾ? ਨਹੀਂ ਜੀ, ਕੋਈ ਸਮਝੌਤਾ ਨਹੀਂ ਗ੍ਰਹਿ ਰਾਜ ਮੰਤਰੀ ਦੇ ਉੱਤੇ। ਉਹ ਮੰਗਾਂ ਅਸੀਂ ਰੱਖੀਆਂ ਨੇ, ਮੰਗਾਂ ਨੂੰ ਇਹਨਾਂ ਸਮਝੌਤੇ ਦਾ ਨਾਂ ਦੇ ਰਹੇ ਨੇ ਕਿ ਅਸੀਂ ਉਹ ਜਿਹੜੇ ਦੋਸ਼ੀਆਂ ਨੂੰ FIR ਤੋਂ ਪਿੱਛੇ ਹਟ ਗਏ, ਜਿਹੜੀ 302 ਹੋਈ ਹੈ ਜਾਂ 120 ਦੀ। ਅੱਜ ਹੀ ਸਾਡਾ ਪੂਰੇ ਭਾਰਤ 'ਚ ਅੰਦੋਲਨ ਹੈ ਕਿ ਉਹ ਅਜੇ ਮਿਸ਼ਰਾ ਟੈਣੀ ਨੂੰ ਬਰਖਾਸਤ ਕਰਕੇ ਗ੍ਰਿਫਤਾਰ ਕਰੋ। ਠੀਕ ਹੈ। ਕਮਲ ਜੀ ਬਰਾੜ, ਤੁਹਾਨੂੰ ਕਦੇ ਅਫਸੋਸ ਹੁੰਦਾ ਕਿ ਇੱਕ ਕਿਸਾਨ ਹੋਣ ਦੇ ਨਾਤੇ ਤੁਸੀਂ ਉੱਥੇ ਅੰਦੋਲਨਾਂ 'ਚ ਜਾ ਕੇ ਸ਼ਾਮਲ ਹੁੰਦੇ ਰਹੇ ਆ, ਪਰ ਤੁਹਾਡੀਆਂ ਪਾਰਟੀਆਂ ਤੁਹਾਡਾ ਸਾਥ ਨਹੀਂ ਦੇ ਰਹੀਆਂ? ਕਮਲ ਜੀ ਬਰਾੜ, ਜਿਸ ਤਰੀਕੇ ਨਾਲ ਵਿਰੋਧੀ ਧਿਰ ਨੂੰ ਆਪਣੀ ਭੂਮਿਕਾ ਅਦਾ ਕਰਨੀ ਚਾਹੀਦੀ ਸੀ ਉਹ ਨਹੀਂ ਕੀਤੀ ਗਈ।
ਮੈਂ ਫਿਰ ਸਵਾਲ ਕਰ ਰਿਹਾ। ਕੇਪੀ ਜੀ ਪਹਿਲੀ ਗੱਲ ਤਾਂ ਮੈਂ ਇੱਕ ਪਹਿਲੀ ਗੱਲ ਜ਼ਰੂਰ ਤੁਹਾਡੇ ਸਵਾਲ ਦਾ ਜਵਾਬ ਦਿੰਦਾ। ਪਹਿਲੀ ਗੱਲ ਤਾਂ ਮੈਂ ਭਾਜਪਾ ਦੇ ਬੁਲਾਰੇ ਦੀ ਗੱਲ ਇਹ ਕਹਿੰਦੇ ਕਿ ਕਿਸਾਨਾਂ ਦੇ ਕਤਲ ਨੂੰ ਮੁੱਦਾ ਬਣਾਉਣਾ ਸ਼ਰਮਨਾਕ ਆ। ਉਹ ਸ਼ਰਮਨਾਕ ਉਹ ਹੁੰਦਾ ਕਿਰਤੀਆਂ ਦੀ ਲੁੱਟ, ਸ਼ਰਮਨਾਕ ਹੈ ਕਿਰਤੀਆਂ ਦੇ ਪੇਟ ਤੇ ਚੁੱਲ੍ਹਿਆਂ ਤੇ ਡਾਕਾ, ਸ਼ਰਮਨਾਕ ਆ ਕਿਸਾਨ ਅੰਦੋਲਨ ਕਰ ਰਹੇ 5 ਨੌਜਵਾਨ 18-19 ਸਾਲ ਦੇ ਬੱਚਿਆਂ ਦੇ ਉੱਤੇ ਭਾਜਪਾ ਦੇ ਮੰਤਰੀ ਦੇ ਪੁੱਤ ਵੱਲੋਂ ਗੱਡੀ ਚੜਾ ਦੇਣੀ। ਸ਼ਰਮਨਾਕ ਇਹ ਹੁੰਦਾ ਕਿਸਾਨ ਅੰਦੋਲਨ ਦੇ ਵਿੱਚ 800 ਸ਼ਹੀਦ ਹੋ ਗਏ ਤੇ ਬਾਤ ਨਾ ਪੁੱਛੀ ਜਾਣੀ। ਔਰ ਸ਼ਰਮਨਾਕ ਉਦੋਂ ਵੱਡਾ ਸ਼ਰਮਨਾਕ ਇਹ ਹੁੰਦਾ ਕਿ ਪੰਜਾਬ ਵਿੱਚੋਂ ਭਾਜਪਾ ਦੇ ਹੱਕ ਦੇ ਵਿੱਚ ਖੜਨਾ ਸਭ ਤੋਂ ਵੱਡੀ ਸ਼ਰਮ ਵਾਲੀ ਗੱਲ ਇਹ ਹੈ। ਦੂਜੀ ਗੱਲ ਕੇਪੀ ਜੀ ਤੁਹਾਡਾ ਸਵਾਲ, ਤੁਸੀਂ ਕਹਿ ਰਹੇ ਹੋ ਵਿਰੋਧੀ ਧਿਰ ਕੀ ਕਰ ਰਹੀ ਆ। ਇਸ ਬਿੱਲ ਦੀਆਂ ਜਿਹੜੀਆਂ ਮੱਦਾਂ ਹੈ, ਜਿਹੜੇ ਇਸ ਬਿੱਲ ਦੇ ਨੁਕਸਾਨ ਆ, ਉਹ ਵਿਰੋਧੀ ਧਿਰ ਨੇ, ਇਕੱਲੀ ਕਾਂਗਰਸ ਨੇ ਨਹੀਂ, ਸਾਰੀਆਂ ਪਾਰਟੀਆਂ ਜਿਹੜੀਆਂ ਸਿਆਸੀ ਵਿਰੋਧੀ ਆ ਉਹਨਾਂ ਨੇ ਲੋਕਾਂ 'ਚ ਲਿਆਂਦੀਆਂ ਤਾਂ ਜਾ ਕੇ ਇਹ ਅੰਦੋਲਨ ਕਿਸਾਨ ਆਗੂਆਂ ਦੀ ਮਦਦ ਕੀਤੀ। ਫਿਰ ਤੁਸੀਂ ਹੁਣ ਨਹੀਂ, ਕਿਸਾਨਾਂ ਨੂੰ ਨਹੀਂ ਪਤਾ ਸੀਗਾ ਕਮਲ ਜੀ ਬਰਾੜ, ਕਿਸਾਨਾਂ ਨੂੰ ਨਹੀਂ ਪਤਾ ਸੀਗਾ, ਤੁਸੀਂ ਲੋਕਾਂ ਨੇ ਕਿਸਾਨਾਂ ਨੂੰ ਦੱਸਿਆ। ਕੌਣ ਕਹਿੰਦਾ ਕਿਸਾਨਾਂ ਨੂੰ ਨਹੀਂ ਪਤਾ? ਭਾਜਪਾ ਕਹਿੰਦੇ ਆ, ਅਸੀਂ ਨਹੀਂ ਕਹਿੰਦੇ। ਇਹ ਭਾਜਪਾ ਕਹਿੰਦੀ ਆ ਕਿ ਕਿਸਾਨਾਂ ਦੇ ਫਾਇਦੇ ਦੇ ਬਿੱਲ ਆ, ਕਿਸਾਨ ਕਹਿੰਦੇ ਸਾਡੇ ਫਾਇਦੇ ਦੇ ਬਿੱਲ ਨਹੀਂ, ਸਾਨੂੰ ਚਾਹੀਦੇ ਨਹੀਂ ਇਹ ਬਿੱਲ। ਕੌਣ ਕਹਿੰਦਾ ਨਹੀਂ ਬਿੱਲ? ਭਾਜਪਾ ਕਹਿ ਰਹੀ ਆ ਵਾਰ-ਵਾਰ ਲਗਾਤਾਰ, ਕਾਂਗਰਸ ਨਹੀਂ ਕਹਿ ਰਹੀ। ਕਾਂਗਰਸ ਨੇ ਇਹਨੂੰ ਲੋਕਾਂ 'ਚ ਲਿਆਂਦਾ। ਹੁਣ ਤੁਸੀਂ ਦੇਖੋ ਪਾਰਲੀਮੈਂਟ ਦੇ ਵਿੱਚ, ਰਾਜ ਸਭਾ ਦੇ ਵਿੱਚ ਸ਼ੋਰ ਸ਼ਰਾਬਾ ਹੋਇਆ ਤਾਂ ਭਾਜਪਾ ਕਹਿੰਦੀ ਹੈ ਕਿ ਸਦਨ ਦੀ ਚੱਲਣ ਦੇ ਰਹੇ। ਸਦਨ ਅਸੀਂ ਕਹਿੰਦੇ ਆ ਕਿਸਾਨ ਬਿੱਲਾਂ ਤੇ ਬਹਿਸ ਕਰੋ, ਸਦਨ ਫਿਰ ਚੱਲੂਗਾ। ਉਸ ਤੋਂ ਪਹਿਲਾਂ ਸਦਨ ਕਿਵੇਂ ਚੱਲਣ ਦੇ? ਚਲੋ ਠੀਕ ਡਾਟਾ ਕਰਗ ਆਖਰੀ ਸਵਾਲ ਤੁਹਾਨੂੰ ਕਰਨਾ ਚਾਹੁੰਦਾ। ਡਾਟਾ ਕਰਗ ਸਰ, ਕੋਈ ਇੱਕ ਡਿਪਲੋਮੈਟਿਕ ਚੈਨਲ ਹੁੰਦੇ ਆ, ਬੈਕ ਚੈਨਲਸ ਹੁੰਦੇ ਆ ਜਿਨ੍ਹਾਂ ਨਾਲ ਕੋਈ ਗੱਲਬਾਤ ਤੁਰਦੀ ਹੈ, ਕੋਈ ਕਿਸਾਨ ਲੀਡਰਾਂ ਨਾਲ ਸਰਕਾਰ ਗੱਲਬਾਤ ਕਰ ਰਹੀ ਹੁੰਦੀ ਹੈ, ਉਹ ਸਾਡੇ ਸਾਹਮਣੇ ਨਹੀਂ ਹੁੰਦਾਗਾ ਪਰ ਅੰਦਰ ਖਾਤੇ ਸਾਨੂੰ ਪਤਾ ਲੱਗਦਾ ਰਹਿੰਦਾ ਕੋਈ ਗੱਲਬਾਤ ਹੋ ਰਹੀ ਕਿ ਨਹੀਂ ਹੋ ਰਹੀ। ਪਰ ਜਿਹੜੀਆਂ 32 ਕਿਸਾਨ ਜਥੇਬੰਦੀਆਂ ਪੰਜਾਬ ਦੀਆਂ, ਜੇ 40 ਸੰਯੁਕਤ ਕਿਸਾਨ ਮੋਰਚੇ ਦੀਆਂ ਸਾਰੀਆਂ ਜੋੜ ਲਈਏ, ਜੇ ਅਸੀਂ ਉਹਨਾਂ ਨੁਮਾਇੰਦਿਆਂ ਨੂੰ ਛੱਡ ਕੇ 400 ਤੋਂ 500 ਜਿਹੜੀਆਂ ਸਾਰੀਆਂ ਧਿਰਾਂ ਹੈਗੀਆਂ, ਸਾਰਿਆਂ ਨੂੰ ਅਸੀਂ ਜੇ ਦੇਖੀਏ 40 ਦੇ ਰੂਪ ਵਿੱਚ ਡਟ ਕਰਕੇ, ਇਹਨਾਂ ਵਿੱਚ ਆਪਸੀ ਸਹਿਮਤੀ ਨਹੀਂ ਬਣ ਪਾ ਰਹੀ, ਇਹ ਦਿੱਕਤ ਆ ਰਹੀ ਹੈ ਜਾਂ ਸਰਕਾਰ ਹੈ ਜਿਹੜੀ ਉਹ ਜਾਣ-ਬੁੱਝ ਕੇ ਇਹ ਗੱਲਾਂ ਫੈਲਾ ਰਹੀ ਹੈ ਕਿ ਅਸੀਂ ਤਾਂ ਗੱਲਬਾਤ ਲਈ ਤਿਆਰ ਹਾਂ, ਇਹ ਨਹੀਂ ਮੰਨਦੇ ਪਏ, ਜਿੱਦੀ ਹੈ? ਡਟ ਕਰਕੇ ਦੇਖੋ, ਗੱਲ ਇਹ ਹੈ ਵੀ ਜਦ ਸਰਕਾਰ ਅੰਬਾਨੀ ਅਡਾਨੀਆਂ ਜਾਂ ਕਾਰਪੋਰੇਟ ਦੇ ਹੱਕ 'ਚ ਹੀ ਖੜੀ ਹੈ ਵੀ ਜੋ ਮਰਜ਼ੀ ਹੋ ਜਾਏ ਅਸੀਂ ਉੱਥੇ ਹੀ ਖੜਨਾ ਹੈ, ਤੇ ਫਿਰ ਕੁਝ ਵੀ ਉਡਾਇਆ ਜਾ ਸਕਦਾ ਹੈ। ਹਿੰਸਾ ਉੱਤੇ ਇੰਟਰੋਡਿਊਸ ਕਰਨੀ, ਇਹ ਉਡਾਉਣਾ ਕਿ ਜੇ ਤਾਂ ਇਹਨਾਂ ਦੀ ਸਹਿਮਤੀ ਨਹੀਂ। 40 ਕਿਸਾਨ ਜਥੇਬੰਦੀਆਂ, 32 ਕਿਸਾਨ ਜਥੇਬੰਦੀਆਂ, ਮਤਭੇਦ ਹਰੇਕ ਘਰ 'ਚ ਵੀ ਹੁੰਦੇ ਨੇ। ਹੁਣ ਇਹ ਕੋਈ ਐਂ ਤਾਂ ਹੈ ਨਹੀਂ ਵੀ ਜਿਹੀ ਜੀ ਕੇਂਦਰ ਸਰਕਾਰ ਹੋਣਾ ਹੈ ਜਾਂ ਜਿਸ ਵੇਲੇ ਇੰਦਰਾ ਗਾਂਧੀ ਜੀ ਸੀਗੇ ਵੀ ਅੰਦਰ ਕੋਈ ਗੱਲ ਹੀ ਨਹੀਂ ਹੋਣ ਦੇਣੀ, ਵੀ ਜੋ ਕਹਤਾ ਇੱਕ ਲੀਡਰ ਨੇ ਉਹੀ ਮੰਨਿਆ ਜਾਣਾ ਹੈ। ਕਿਸਾਨ ਜਥੇਬੰਦੀਆਂ ਬੜਾ ਡੈਮੋਕ੍ਰੈਟਿਕਲੀ ਕੰਮ ਕਰ ਰਹੀਆਂ ਨੇ, ਉਹਨਾਂ 'ਚ ਮਤਭੇਦ ਨਹੀਂ, ਵੱਡੇ ਤੋਂ ਵੱਡੇ ਲੀਡਰ ਨੂੰ ਸਸਪੈਂਡ ਕਰ ਦਿੰਦੀਆਂ ਨੇ। ਇਹ ਤਾਂ ਕਹਿ ਰਹੇ ਸਰ, ਇਹ ਤਾਂ ਕਹਿ ਰਹੇ ਏਜੰਡਾ ਲੈਸ ਹੋ ਗਿਆ ਅੰਦੋਲਨ। ਮਤਭੇਦ ਹੋਣੇ ਜ਼ਰੂਰੀ ਨੇ, ਪਰ ਮਤਭੇਦ ਦਾ ਮਤਲਬ ਇਹ ਨਹੀਂ ਹੈ ਵੀ ਉਹ ਸਹਿਮਤ ਨਹੀਂ ਹੈਗੇ ਕਿਸੇ ਗੱਲ ਤੇ। ਮਤਭੇਦ ਤਾਂ ਤੁਸੀਂ ਚਰਚਾ ਕਰ ਲਓ, ਮਤਭੇਦ ਤੋਂ ਬਿਨਾਂ ਚਰਚਾ ਹੋਊ ਕਿਵੇਂ? ਆ ਹੁਣ ਅਸੀਂ 4 ਬੰਦੇ ਬੈਠੇ ਆ, ਚਾਰਾਂ ਦੇ ਮਤਭੇਦ ਤਾਂ ਹੈਗੇ ਹੀ ਆ ਗੱਲ ਕਰਦੇ ਹੋਏ, ਕਈ ਗੱਲਾਂ ਤੇ ਮਤਭੇਦ ਹੈ। ਸੋ ਮਤਭੇਦ ਹੋਣਾ ਹੋਰ ਗੱਲ ਹੁੰਦੀ ਹੈ, ਤੇ ਇਹ ਕਹਿਣਾ ਵੀ ਕਿਉਂਕਿ ਇਹਨਾਂ ਦੀ ਸਹਿਮਤੀ ਨਹੀਂ, ਇਸ ਕਰਕੇ ਇਹ ਗਲਤ ਗੱਲ ਹੈ। ਦੂਜੀ ਗੱਲ ਇਹ ਹੈ ਕਿ ਕਿਸਾਨ ਜਥੇਬੰਦੀਆਂ ਨੇ ਕਦੇ ਵੀ ਗੱਲ ਤੋਂ ਨਾ ਨਹੀਂ ਕਰੀ। ਇਹ ਸਰਕਾਰ ਨੇ ਇਹ ਮਨਾ ਕਰਿਆ ਕਿਉਂਕਿ ਸਰਕਾਰ ਨੇ ਫੈਸਲਾ ਕਰਿਆ ਹੈ ਕਿ ਅਸੀਂ ਇਹਦੇ 'ਚ ਇੰਟਰੋਡਿਊਸ ਕਰਨੀ ਆ ਵਾਇਲੈਂਸ। ਸਾਡੇ ਸਾਹਮਣੇ ਬੈਕ ਚੈਨਲ ਦੀ ਆ ਗਈ ਐਗਜ਼ਾਮਪਲ, ਬੈਕ ਚੈਨਲ ਤਾਂ ਫੋਟੋ ਆ ਗਈ ਹੁਣ ਤਾਂ ਸਭ ਦੇ ਸਾਹਮਣੇ। ਉਹੀ ਟੋਮਰ ਸਾਹਿਬ ਜਿਹੜੇ ਕਿਸਾਨ ਜਥੇਬੰਦੀਆਂ ਨਾਲ ਗੱਲ ਕਰ ਰਹੇ ਸੀ, ਸਾਨੂੰ ਪਤਾ ਪਿੰਕੀ ਕੈਟ ਨਾਲ ਗੱਲ ਕਰ ਰਹੇ ਨੇ, ਉਹੀ ਅਮਨ ਸਿੰਘ ਨਿਹੰਗ ਸਿੰਘ ਸਾਹਿਬ ਨਾਲ ਗੱਲ ਕਰ ਰਹੇ ਨੇ, ਉਹੀ ਉਹਨਾਂ ਦੇ ਉੱਥੇ ਡਿਪਟੀ ਮੁੱਖ ਮੰਤਰੀ ਵੀ ਨੇ, ਉੱਥੇ ਉਹਨਾਂ ਦੇ 2 ਰਾਜ ਸਭਾ ਦੇ MP ਵੀ ਨੇ, ਉੱਥੇ ਹੀ ਕਹਿੰਦੇ ਨੇ ਨਿਹੰਗ ਸਿੰਘਾਂ ਦੇ ਕਈ ਹੋਰ ਵੀ ਨੁਮਾਇੰਦੇ ਗਏ ਹੋਏ ਨੇ। ਸੋ ਬੈਕ ਚੈਨਲ ਤਾਂ ਉਹ ਕਹਿ ਲਓ, ਉਹ ਕਿਸਾਨਾਂ ਦੇ ਨਹੀਂ ਹੈਗੇ, ਪਰ ਉਹ ਸਰਕਾਰ ਦੇ ਬੈਕ ਚੈਨਲ ਨੇ। ਸਰਕਾਰ ਆਪਦੇ ਬੈਕ ਚੈਨਲ ਦੇ ਰਾਹੀਂ ਕਿਸਾਨ ਅੰਦੋਲਨ 'ਚ ਕੀ ਕਰਨਾ ਚਾਹੁੰਦੀ ਹੈ ਉਹ ਸਾਡੇ ਸਾਹਮਣੇ ਸਭ ਕੁਝ ਆਈ ਜਾ ਰਿਹਾ ਹੈ, ਔਰ ਹੋਰ ਜ਼ਿਆਦਾ ਆ ਜਾਏਗਾ। ਮੈਂ ਤੁਹਾਨੂੰ ਇਹ ਵੀ ਦੱਸ ਦਿੰਦਾ, ਪਰ ਸਰਕਾਰ ਅੱਜ ਅੱਗ ਨਾਲ ਖੇਡ ਰਹੀ ਹੈ। ਇਹ ਜਿਹੜਾ ਤੌਰ ਤਰੀਕਾ ਹੈ 1966 ਦੇ ਵਿੱਚ 65 ਦੇ ਵਿੱਚ ਅੰਨ ਨਹੀਂ ਮਿਲਦਾ ਸੀ ਭਾਰਤ 'ਚ, ਇਹ ਅੰਨ ਪੰਜਾਬ ਨੇ ਪੈਦਾ ਕਰਨਾ ਸ਼ੁਰੂ ਕਰਿਆ ਸੀ, ਠੂਠਾ ਫੜ ਕੇ ਫਿਰਦਾ ਸੀ ਦੇਸ਼। ਤੇ ਜੇ ਇਹ ਖੇਤ 'ਚ ਵੀ ਅਸੀਂ ਆ, ਬਾਰਡਰ ਤੇ ਵੀ ਅਸੀਂ ਆ, ਜਿਹੜਾ ਰੋਜ਼ ਰਾਸ਼ਟਰਵਾਦ ਦਾ ਨਾਅਰਾ ਦਿੱਤਾ ਜਾਂਦਾ ਨਾ, ਉਹ ਰਾਸ਼ਟਰਵਾਦ ਜਿਹੜੀਆਂ ਤਿਰੰਗੇ ਝੰਡੇ 'ਚ ਡਿਪਟੀਆਂ ਦਾਸ਼ਾਂ ਹੁੰਦੀਆਂ ਨੇ, ਉਹ ਸਾਡੀਆਂ ਪੰਜਾਬੀਆਂ ਦੀਆਂ ਹੁੰਦੀਆਂ ਨੇ, ਸਿੱਖਾਂ ਦੀਆਂ ਹੁੰਦੀਆਂ ਨੇ। ਹੁਣ 6 ਮਾਰੇ ਸੀ, 6 ਸ਼ਹੀਦ ਹੋਏ ਸੀ, 6 ਦੇ ਵਿੱਚ 4 ਸਿੱਖ ਨੇ, 3 ਪੰਜਾਬੀ ਨੇ, ਉਹਨਾਂ 'ਚੋਂ ਸਿੱਧੇ ਜਿਹੜੇ ਪੰਜਾਬ ਦੀ ਵਾਸੀ ਨੇ, ਜਿਹਨੇ ਕਿਸਾਨੀ ਝੰਡਾ ਬੰਨ ਕੇ ਆਪਦੀ ਸ਼ਾਦੀ ਕਰਾਈ ਸੀ ਨਾ, ਉਹ ਵੀ ਸ਼ਹੀਦ ਹੋਇਆ। ਉਹ ਜਿਹੜੀਆਂ ਸ਼ਹੀਦੀਆਂ ਵੀ ਅਸੀਂ ਦੇ ਰਹੇ ਹਾਂ, ਅੰਨ ਵੀ ਅਸੀਂ ਪੈਦਾ ਕਰਕੇ ਦਿੱਤਾ ਹੈ, ਆਜ਼ਾਦੀ ਵੀ ਅਸੀਂ ਲੈ ਕੇ ਦਿੱਤੀ ਹੈ। ਇਹ ਰਿਕਾਰਡ ਹੈ, ਜਿਹੜਾ ਮਰਜੀ ਬੀਜੇਪੀ ਜਿਹੜਾ ਮਰਜੀ ਰਿਕਾਰਡ ਕਰ ਦੇ, ਕੋਈ ਐਕਟਿਵਿਸਟ ਵਾਲੀ ਗੱਲ ਨਹੀਂ। ਕਿਉਂਕਿ ਬੀਜੇਪੀ ਨੂੰ ਆ ਤੁਹਾਡੇ ਸਾਹਮਣੇ ਕਿਸਾਨਾਂ ਤੇ ਤਾਂ ਲਾਉਣਾ ਸੌਖਾ ਹੀ ਹੈ। ਇਹਨਾਂ ਨੇ ਕਹਿਤਾ, ਕਹਿੰਦੇ ਵੀ ਇਹ ਤਾਂ ਐਕਟਿਵਿਸਟ ਨੇ ਤਾਂ ਕਹਿੰਦੇ ਨੇ। ਮੈਂ ਡਾਕਟਰੀ ਤੌਰ ਤੇ ਕਹਿ ਰਿਹਾ ਕਿ ਉਹ ਟਰੈਕਟਰ ਨਾਲ ਨਹੀਂ ਹੋਈ ਮੌਤ,
ਐਂਡ ਆਈ ਐਮ ਔਨ ਰਿਕਾਰਡ। ਠੀਕ, ਬਹੁਤ ਜੇ ਧੰਨਵਾਦ। ਉਹਨੂੰ ਕੋਈ ਪ੍ਰੂਵ ਕਰਦੇ ਵੀ ਟਰੈਕਟਰ ਤੋਂ ਡਿੱਗ ਕੇ ਹਾਂ ਜਾਂ ਟਰੈਕਟਰ ਦੇ ਥੱਲੇ ਆ ਕੇ ਜਾਂ ਟਰੈਕਟਰ ਕਿਸੇ ਦੀਵਾਰ 'ਚ ਵੱਜਿਆ ਜਾਂ ਕਿਸੇ ਹੋਰ ਚੀਜ਼ 'ਚ ਵੱਜਿਆ ਤਾਂ ਮੌਤ ਹੋਈ ਹੈ ਉਹ ਟਰੈਕਟਰ ਦੇ ਨਾਲ, ਉਸ ਪੋਸਟਮਾਰਟਮ 'ਚੋਂ, ਉਹ ਪੋਸਟਮਾਰਟਮ ਸਰਕਾਰ ਦੇ ਬੰਦਿਆਂ ਨੇ ਕਰਿਆ, ਔਰ ਉਸ ਪੋਸਟਮਾਰਟਮ 'ਚ 100 ਨੁਕਸ ਹੋਣ ਦੇ ਬਾਵਜੂਦ ਐਕਸਰੇ ਕਰ ਲਿਆ, ਵਿੱਚ ਰਿਕਾਰਡ ਹੀ ਨਹੀਂ ਕਰੇ ਕਿ ਅਸੀਂ ਐਕਸਰੇ ਕਰੇ, ਅੱਛਾ ਪੁਲਿਸ ਨੂੰ ਐਕਸਰੇ ਦਿੱਤਾ ਹੀ ਨਹੀਂ। ਇਹ ਬਾਅਦ 'ਚ ਆਇਆ ਹੈ, ਸਾਰੀ ਰਿਪੋਰਟ ਰਿਕਾਰਡ ਹੁਣ ਤਾਂ ਸਭ ਦੇ ਸਾਹਮਣੇ ਜੱਗਰ ਹੈ। ਦਿੱਲੀ ਹਾਈ ਕੋਰਟ ਨੇ ਉਹਦੇ 'ਤੇ ਆਰਡਰ ਕਰਿਆ, ਮੈਡੀਕਲ ਕਾਲਜ ਮੌਲਾਨਾ ਆਜ਼ਾਦ ਮੈਡੀਕਲ ਕਾਲਜ ਜਿਹੜਾ ਹੈਗਾ ਸਰਕਾਰੀ ਹੈ, ਉਹਦੇ ਹੈਡਸ ਦੀ ਕਮੇਟੀ ਬਣਾਈ। ਉਹ ਚੋਂ ਕੀ ਨਿਕਲਿਆ? ਉਹ ਚੋਂ ਨਿਕਲਿਆ ਵੀ ਇਹ ਕੀ ਹੋਇਆ ਹੋਇਆ। ਅਸੀਂ ਡਾਕਟਰ ਸੱਟਾਂ ਦੱਸਦੇ ਹਾਂ ਵੀ ਆਹ ਸੱਟਾਂ ਲੱਗੀਆਂ, ਉਹ ਸੱਟਾਂ ਮੈਂ ਤੁਹਾਨੂੰ ਦੱਸਤਾ ਵੀ ਉਹ ਇਸ ਕਰਕੇ ਨਹੀਂ ਹੋ ਸਕਦੀਆਂ। ਜਿਵੇਂ ਕੋਈ ਮੈਨੂੰ ਪੁੱਛਦੇ ਨੇ ਵੀ ਆਹ ਕਿਰਪਾਨ ਨਾਲ ਹੋ ਸਕਦੀ ਹੈ, ਜੇ ਉਹਦੇ ਡਾਂਗ ਨਾਲ ਸੱਟ ਵੱਜੇ ਮੈਂ ਕਹੂੰ ਜੀ ਕਿਰਪਾਨ ਨਾਲ ਤਾਂ ਨਹੀਂ ਹੋ ਸਕਦੀ, ਪਰ ਮੈਂ ਇਹ ਨਹੀਂ ਕਹਾਂਗਾ ਵੀ ਡਾਂਗ ਨਾਲ ਹੋਈ ਹੈ। ਚਲੋ ਬਹੁਤ ਬਹੁਤ ਮੌਕੇ ਤੱਕ ਬਾਅਦ ਦੱਸੇਗਾ, ਪਰ ਮੈਂ ਕਹਾਂਗਾ ਕਿਰਪਾਨ ਨਾਲ ਨਹੀਂ ਹੋਈ। ਸੋ ਮੈਂ ਇਹ ਕਹਿਣ ਨੂੰ ਤਿਆਰ ਹਾਂ ਉਹ ਟਰੈਕਟਰ ਥੱਲੇ ਆ ਕੇ ਮੌਤ ਨਹੀਂ ਹੋਈ। ਕੁਲਦੀਪ ਧਾਲੀਵਾਲ ਕੁਝ ਕਹਿਣਾ ਚਾਹੁੰਦੇ ਹੋ? ਡਾਕਟਰ ਗਰਗ ਨੇ ਆਪਦੇ ਸਾਇੰਟਿਫਿਕ ਤਰੀਕੇ ਨਾਲ ਗੱਲ ਕੀਤੀ ਹੈ ਤੇ ਵਿਗਿਆਨ ਭਵਨ ਹੀ ਬੈਠਕਾਂ ਹੁੰਦੀਆਂ ਰਹੀਆਂ, ਵਿਗਿਆਨ ਵਾਲੀ ਗੱਲ ਕਰਨਾ ਚਾਹੁੰਦੇ ਹੋ ਡਾਕਟਰ ਕੁਲਦੀਪ ਧਾਲੀਵਾਲ ਕੋਈ ਤੁਸੀਂ? ਡਾਕਟਰ ਸਾਹਿਬ ਦੇ ਵਿਚਾਰ ਦਾ ਮੈਂ ਸਤਿਕਾਰ ਕਰਦਾ, ਠੀਕ ਹੈ, ਇਹਨਾਂ ਦਾ ਵਿਰੋਧ ਹੈ ਆਪਦੇ ਢੰਗ ਨਾਲ, ਪਰ ਸਰਕਾਰੀ ਰਿਪੋਰਟ ਦੇ ਵਿੱਚ ਕਿਤੇ ਨਹੀਂ ਲਿਖਿਆ ਗੋਲੀ ਚੱਲੀ ਹੈ। ਚਲੋ ਔਰ ਕਿਸੇ ਵੀ ਹੋਰ ਰਿਕਾਰਡ ਦੇ ਵਿੱਚ ਵੀ ਹੈ ਨਹੀਂ ਕਿ ਗੋਲੀ ਚੱਲੀ ਹੈ। ਕਿਸੇ ਪੁਲਿਸ ਦੇ ਰਿਕਾਰਡ 'ਚ ਨਹੀਂ ਉਹਨਾਂ ਕੋਲੋਂ ਗੋਲੀ ਚੱਲੀ ਹੈ। ਜੇ ਗੋਲੀ ਕਿਸੇ ਨੇ ਚਲਾਈ ਹੈ, ਗੋਲੀ ਵੱਜੀ ਹੈ, ਰਿਕਾਰਡ 'ਚੋਂ ਆਉਂਦੀ ਹੈ, ਕੋਈ ਉਹਦਾ ਗਵਾਹ ਹੁੰਦਾ ਹੈ, ਕੋਈ ਉਹਦਾ ਸਾਰਾ ਸਿਸਟਮ ਹੁੰਦਾ ਹੈ, ਔਰ ਪੋਸਟਮਾਰਟਮ 'ਚ ਲੋਕ ਲਿਖਦੇ ਆ। ਠੀਕ ਹੈ, ਮੈਂ ਡਾਕਟਰ ਸਾਹਿਬ ਦਾ ਸਤਿਕਾਰ ਕਰਦਾ, ਡਾਕਟਰ ਸਾਹਿਬ ਦਾ ਆਪਦਾ ਵਿਚਾਰ ਹੈ, ਉਹਨਾਂ ਦੇ ਆਪਦੇ ਨਾਲ ਕੋਈ ਦਿੱਕਤ ਨਹੀਂ, ਉਹਨਾਂ ਨੇ ਆਪਦਾ ਵਿਰੋਧ ਦਰਜ ਕਰਾਇਆ। ਉਹ ਜੇ ਉਹਨਾਂ ਦਾ ਕੁਲਦੀਪ ਧਾਲੀਵਾਲ ਵਿਰੋਧ ਆਖਰੀ ਸਵਾਲ ਕਰਨਾ ਚਾਹੁੰਦਾ, ਰਿਕਾਰਡ ਵਿੱਚ ਇਹ ਹੈ ਪ੍ਰਧਾਨ ਮੰਤਰੀ ਨੂੰ ਕਿਸਾਨਾਂ ਨੇ ਚਿੱਠੀ ਲਿਖੀ ਸੀ ਗੱਲਬਾਤ ਲਈ, ਉਹਦਾ ਜਵਾਬ ਕਿਹੜੇ ਰਿਕਾਰਡ ਵਿੱਚ ਹੈ? ਕੁਲਦੀਪ ਧਾਲੀਵਾਲ ਦੁਬਾਰਾ ਰਿਪੀਟ ਕਰਿਓ। ਮੈਂ ਰਿਪੀਟ ਕਰ ਰਿਹਾ ਕੁਲਦੀਪ ਧਾਲੀਵਾਲ, ਪ੍ਰਧਾਨ ਮੰਤਰੀ ਸਾਹਿਬ ਨੂੰ ਕਿਸਾਨਾਂ ਨੇ ਚਿੱਠੀ ਲਿਖੀ ਸੀ ਗੱਲਬਾਤ ਲਈ, ਉਹ ਕਿਹੜੇ ਰਿਕਾਰਡ ਵਿੱਚ ਉਹਦਾ ਜਵਾਬ ਸਰ? ਕੁਲਦੀਪ ਧਾਲੀਵਾਲ ਉਹਦਾ ਜਵਾਬ ਦੇ ਚੁੱਕੇ ਆ ਖੇਤੀਬਾੜੀ ਮੰਤਰੀ, ਔਰ 3 ਵਾਰੀ ਦੇ ਚੁੱਕੇ ਆ। ਬਹੁਤ ਬਹੁਤ ਧੰਨਵਾਦ ਸਰ, ਬਹੁਤ ਧੰਨਵਾਦ ਸਰ, ਬਹੁਤ ਧੰਨਵਾਦ, ਬਹੁਤ ਧੰਨਵਾਦ ਸਰ। ਕੋਈ ਜਵਾਬ ਨਹੀਂ, ਜਦੋਂ ਏਜੰਡਾ ਹੀ ਹੈ ਨਹੀਂ ਕੋਈ। ਚਲੋ ਬਹੁਤ ਧੰਨਵਾਦ ਸਰ, ਰਿਕਾਰਡ ਦੀ ਗੱਲ ਕੀਤੀ ਸੀ, ਰਿਕਾਰਡ ਤੇ ਤੁਸੀਂ ਜਵਾਬ ਦਿੱਤਾ ਕਿ ਪ੍ਰਧਾਨ ਮੰਤਰੀ ਨੇ ਜਵਾਬ ਨਹੀਂ ਦਿੱਤਾ। ਬਹੁਤ ਧੰਨਵਾਦ ਕੁਲਦੀਪ ਧਾਲੀਵਾਲ ਤੁਹਾਡਾ, ਅਮਲਜੀਤ ਬਰਾੜ ਤੁਹਾਡਾ ਬਹੁਤ ਧੰਨਵਾਦ, ਡਾਕਟਰ ਪਹਿਲਾ ਗਰਗ ਤੁਹਾਡਾ ਬਹੁਤ ਧੰਨਵਾਦ, ਤੇ ਗਰਮੀਤ ਸਿੰਘ ਮਹਿਮਾ ਤੁਹਾਡਾ ਬਹੁਤ ਧੰਨਵਾਦ। 11 ਮਹੀਨੇ 11 ਬੈਠਕਾਂ ਕਦੋਂ ਸੁਣੋਗੇ ਸਰਕਾਰ? ਸਾਡਾ ਸਵਾਲ ਇਹ ਸੀਗਾ, ਤੇ ਸਾਡਾ ਸਵਾਲ ਇਹ ਸੀਗਾ ਕਿਸਾਨਾਂ ਜ਼ਰੀਏ ਕਿਹੜਾ ਟਾਰਗੇਟ ਸੈੱਟ ਕਰ ਰਹੀ ਹੈ ਸਿਆਸਤ? ਇਹ ਟਾਰਗੇਟ ਕਿਹੜਾ ਸੈੱਟ ਕਰ ਰਹੀ ਹੈ ਸਿਆਸਤ? ਇਸ ਦਾ ਜਵਾਬ ਡਾਕਟਰ ਪਹਿਲਾ ਲਾਲ ਗਰਗ ਦਾ ਆਖਰੀ ਹਿੱਸੇ ਦੇ ਵਿੱਚ ਕੀਤਾ ਗਿਆ ਕਮੈਂਟ, ਉਹ ਇਸ ਸਵਾਲ ਦਾ ਜਵਾਬ ਹੈ, ਉਹਨੂੰ ਦੁਬਾਰਾ ਸੁਣ ਲਿਓ। ਬਹੁਤ ਧੰਨਵਾਦ।